परम सम्मानयोग गुरु प्यारिओ, वाहिगुरू जी का खालसा वाहिगुरू जी की फतेह। सिख मिशन कॉलेज लुधियाना वालों रोजाना SMC गुरमत क्लास USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਵਾਲ ਜਵਾਬ ਸੈਸ਼ਨ ਹੋਵੇਗਾ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਕੋਈ ਰਹਿ ਜਾਂਦੇ ਹਨ, ਕੋਸ਼ਿਸ਼ ਕਰੀਦੀ ਹੈ ਉਸ ਦਾ ਜਵਾਬ ਅਸੀਂ ਅਗਲੇ ਹਫਤੇ ਪ੍ਰਾਇੋਰਟੀ ਬੇਸ ਦੇ ਉੱਤੇ ਦੇ ਦਿੱਤਾ ਜਾਏ। ਪਰ ਫਿਰ ਵੀ ਕਈ ਵਾਰੀ ਕੋਈ ਸਵਾਲ ਜਿਹੜਾ ਹੈ ਉਹਨੂੰ ਸਮਝਣ ਲਈ, ਵਿਚਾਰਨ ਲਈ ਸਮਾਂ ਜ਼ਿਆਦਾ ਚਾਹੀਦਾ ਹੁੰਦਾ ਹੈ, ਉਹਨੂੰ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਹੈ। ਆਪਾਂ ਸੁਖਮਾ ਮੰਗਦੇ ਹਾਂ। ਤਾਂ ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਕਰਦੇ ਹਨ। ਬੇਨਤੀ ਕਰ ਰਹੇ ਹਾਂ ਵੀ ਰਾਜਾ ਸਿੰਘ ਜੀ ਕਿਰਪਾ ਕਰੋ ਜੀ, ਅੱਜ ਦਾ ਇਹ ਸੈਸ਼ਨ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਸਵਾਲ ਜਵਾਬ ਹਰ ਸੋਮਵਾਰ ਆਪਾਂ ਜੋ ਆਪ ਜੀ ਨੂੰ ਭੇਜੇ ਜਾਂਦੇ ਹਨ ਉਹਨਾਂ ਨੂੰ ਵਿਚਾਰਿਆ ਜਾਂਦਾ। ਤੋ ਪਰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਹਾਜ਼ਰ ਮੈਂਬਰਾਂ ਨੇ ਆਪ ਜੀ ਨੂੰ ਫਤਿਹ ਸਾਂਝੀ ਕਰਨਗੇ। ਮੈਂ ਬੇਨਤੀ ਕਰਨ ਲੱਗਾ ਡਾਕਟਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਭੈਣ ਮਹਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ। ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਹ ਜਗੀਰ ਸਿੰਘ ਜੀ ਮੈਨੂੰ ਨਜ਼ਰ ਨਹੀਂ ਆ ਰਹੇ ਜੀ। ਤੋ ਸਾਹ ਹਰਜੀਤ ਸਿੰਘ ਜੀ ਵੀ ਸੰਗਤ ਨਾਲ ਪਹਿਲੇ ਮੁਖਾਤਬ ਹੋ ਚੁੱਕੇ ਹਨ। ਤੋ ਆਓ ਸੰਗਤ ਜੀ, ਆਪਾਂ ਸਵਾਲਾਂ ਵੱਲ ਚੱਲਦੇ ਹਾਂ ਜੀ। ਸਵਾਲ ਹਰ ਹਫ਼ਤੇ ਦੀ ਤਰ੍ਹਾਂ ਇਹਦੇ ਵੀ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਆਪ ਜੀ ਨੇ ਭੇਜੇ ਹਨ। ਪਰ ਸਭ ਤੋਂ ਪਹਿਲਾ ਜਿਹੜਾ ਸਵਾਲ ਲੈ ਰਹੇ ਹਾਂ ਜੀ, ਉਹ ਬੜਾ ਅਹਿਮ ਮਸਲਾ ਹੈ ਕਿ ਪਿਛਲੇ ਦਿਨਾਂ 'ਚ ਕਿਸੇ ਨਾਮਵਰ ਕਥਾਕਾਰ ਨੇ ਇਹ ਗੱਲ ਕਹੀ ਹੈ ਕਿ ਜੋ ਗੁਰਬਾਣੀ ਵਿੱਚ ਸ਼ਬਦ ਹਰਮੰਦਰ ਆਉਂਦਾ ਹੈ, ਇੱਕ ਤੋਂ ਜ਼ਿਆਦਾ ਵਾਰੀ ਆਉਂਦਾ, ਜੋ ਸ਼ਬਦ ਹਰਮੰਦਰ ਆਉਂਦਾ ਗੁਰਬਾਣੀ ਵਿੱਚ, ਉਹਨਾਂ ਨੇ ਉਹਨੂੰ ਜੋੜਿਆ ਵੀ ਜਿਹੜਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਥਿਤ ਹੈ, ਇਹ ਉਹਦੇ ਲਈ ਸ਼ਬਦ ਜਿਹੜਾ ਉਚਾਰਿਆ ਗਿਆ। ਤਾਂ ਹੁਣ ਜੋ ਸਵਾਲ ਕਰਤਾ ਉਹਨੇ ਪੁੱਛਿਆ ਵੀ ਇਹ ਹਰਮੰਦਰ ਅਸੀਂ ਤਾਂ ਪਹਿਲੇ ਸੁਣਦੇ ਰਹੇ ਵੀ ਸਰੀਰ ਲਈ ਹੈ, ਤੇ ਇਹ ਥੋੜੀ ਜਿਹੀ ਦੁਬਿਧਾ ਜੀ ਆ ਗਈ ਹੈ। ਤੇ ਮੈਂ ਬੇਨਤੀ ਕਰ ਰਿਹਾ ਡਾਕਟਰ ਤੇਜਿੰਦਰ ਸਿੰਘ ਜੀ, ਉਹ ਕਿਰਪਾ ਕਰਕੇ ਇਸ ਸਵਾਲ ਦਾ ਸਾਨੂੰ ਉੱਤਰ ਦੇਣ ਵੀ ਆਇਆ ਜੋ ਸ਼ਬਦ ਹਰਮੰਦਰ ਹੈ ਉਹਦੇ ਗੁਰਬਾਣੀ ਵਿੱਚ ਜੋ ਵਰਤਿਆ ਗਿਆ ਉਸ ਦੇ ਸੰਬੰਧ ਵਿੱਚ ਉੱਥੇ ਅਰਥ ਕੀ ਬਣਦੇ। ਡਾਕਟਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਲ ਹੈ ਜੀ, ਗੁਰਬਾਣੀ ਵਿੱਚ ਹਰਮੰਦਰ ਦਾ ਸੰਕਲਪ। ਇਸ ਦੇ 3-4 ਅਰਥ ਮਹਾਨ ਕੋਸ਼ ਦੇ ਵਿੱਚ ਨਜ਼ਰ ਆਉਂਦੇ ਹਨ। ਅਸੀਂ ਇਹਨਾਂ ਤੇ ਵਿਚਾਰ ਕਰਾਂਗੇ ਤੇ ਜਿਹੜਾ ਸਪੀਕ ਹੈ ਦਰਪਣ, ਉਹਦੇ ਤੋਂ ਵੀ ਹਵਾਲਾ ਲਿਆ ਹੈ। ਹੋਰ ਵੀ ਜਿਹੜੀ ਕਾਮਨ ਸੈਂਸ ਹੈ ਉਹ ਇਸ ਦੇ ਵਿੱਚ ਕੰਮ ਆਉਂਦੀ ਹੈ। ਆਓ ਵਿਚਾਰ ਕਰੀਏ। ਪਹਿਲਾ ਜਿਹੜਾ ਮਤਲਬ ਨਜ਼ਰ ਆਇਆ ਹੈ, ਹਰਿਮੰਦਰ ਇਹ ਜਗਤ, ਇਹ ਸੰਸਾਰ, ਯਾਨੀ ਕਿ ਸਰਵਵਿਆਪੀ ਪਰਮੇਸ਼ਵਰ ਦਾ ਨਿਵਾਸ ਸਥਾਨ। ਇਸ ਦਾ ਪ੍ਰਮਾਣ ਹੈ ਜੀ, ਹਰਿਮੰਦਰ ਇਹ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਭਾਵ ਕਰ ਪੂਜਦੇ, ਮਨੁੱਖ ਅੰਧ ਗਵਾਰ। ਪ੍ਰਭਾਤੀ ਮਹਲਾ ਤੀਜਾ।
ਫਿਰ ਅਰਥ ਨਿਕਲਦਾ ਹੈ ਜੀ, ਹਰਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਇਸ ਦੇ ਵਿੱਚ ਦੋ ਅਰਥ ਸਮਝਣ ਦੇ ਵਿੱਚ ਆਉਂਦੇ ਹਨ, ਪਰ ਵਿਚਾਰ ਕਰਨ ਦੀ ਲੋੜ ਹੈ। ਹਰਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਜਦੋਂ ਇਹ ਜਿੱਥੋਂ ਹਰ ਜਾਤਾ ਦੀ ਗੱਲ ਕਰਦੇ ਹਾਂ ਤਾਂ ਮਹਾਨ ਕੋਸ਼ ਦੇ ਵਿੱਚ ਸਤ ਸੰਗਤ ਨੂੰ ਹਰਮੰਦਰ ਲਿਖਿਆ ਹੈ ਕਿ ਹਰਮੰਦਰ ਵਿੱਚੋਂ ਹਰੀ ਦੀ ਗਿਆਨ ਮਿਲਦਾ ਹੈ। ਪਰ ਇਸ ਤੋਂ ਅੱਗੇ ਵਿਚਾਰ ਦੀ ਲੋੜ ਹੈ। ਅਗਲੀ ਤੁਕ ਜਦੋਂ ਪੜਾਂਗੇ ਫਿਰ ਵਿਚਾਰ ਕਲੀਅਰ ਹੁੰਦੀ ਹੈ। ਹਰਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਮਾਨਸ ਦੇ ਗੁਰੂ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਰਾਮਕਲੀ ਮਹਲਾ ਤੀਜਾ। ਇਸ ਦੇ ਮੁਤਾਬਕ ਦਰੁਸਤ ਅਰਥ ਇਹੀ ਲੱਗਦੇ ਹਨ ਕਿ ਸੋਈ ਸਰੀਰ ਹੈ ਜੋ ਹਰੀ ਪਰਮੇਸ਼ਵਰ ਨਾਲ ਮੇਲ ਖਾਂਦਾ ਹੈ, ਉਹ ਹਰਮੰਦਰ ਹੈ। ਫਿਰ ਅੱਗੇ ਹਰਮੰਦਰ ਨੂੰ ਮਹਿਲ, ਹਰੀ ਦਾ ਦਰ, ਹਿਰਦਾ ਜਾਂ ਸਰੀਰ, ਇਹ ਕੰਬਾਈਂਡ ਮਤਲਬ ਨੇ ਜੀ। ਇਸ ਦੇ ਵਿੱਚ ਇਹ ਹੈ ਜਿਵੇਂ ਪ੍ਰਭ ਹਰਮੰਦਰ ਸੁਹਣਾ, ਇਸਮੈ ਮਾਨਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਵਿਸਾਲ। ਸ੍ਰੀ ਰਾਗ ਮਹਲਾ ਪਹਿਲਾ। ਪ੍ਰਭ ਹਰਮੰਦਰ ਸੋਹਣਾ, ਇੱਥੇ ਮਾਨਕ ਲਾਲ ਤੇ ਹੀਰਾ ਨਿਰਮਲਾ ਦੀ ਗੱਲ ਕੀਤੀ ਗਈ ਹੈ। ਨਾਮ ਦੀਆਂ ਬਰਕਤਾਂ ਨਾਲ ਨਿਵਾਜਿਆ ਹੋਇਆ ਸਥਾਨ ਭਾਵ ਹਿਰਦਾ ਜਾਂ ਸਰੀਰ। ਫਿਰ ਦੇਖਦੇ ਆ ਜੀ, ਸਤਿਗੁਰੂ ਮਿਲੇ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤਪਤ ਪਾਏ, ਤਾਕਤ ਠੌਰ ਨਹੀਂ ਹਰਮੰਦਰ, ਜਨਮ ਮਰੈ ਦੁੱਖ ਪਾਇਆ। ਭਾਵ ਜਿਸ ਗੁਰਮੁਖ ਨੇ ਮਨ ਵਿੱਚ ਪਰਮੇਸ਼ਰ ਨਾਲ ਮੇਲ ਬਣਾ ਲਿਆ, ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਨਿਬੜਿਆ। ਇਸ ਦੇ ਉਲਟ ਸਾਕਤ ਨੂੰ ਹਰੀ ਦੇ ਦਰ ਦਾ ਠਿਕਾਣਾ ਨਸੀਬ ਨਹੀਂ ਹੋਇਆ। ਇਹ ਇੱਥੇ ਵੀ ਹਿਰਦਾ ਜਾਂ ਸਰੀਰ ਹੀ ਢੁਕਦਾ ਹੈ। ਫਿਰ ਪ੍ਰਮਾਣ ਹੈ ਜੀ, ਹਰਮੰਦਰ ਮਨਮੁਖ ਹਰਮੰਦਰ ਕੀ ਸਾਰ ਨਾ ਜਾਣਨੀ। ਮਨਮੁਖ ਹਰਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ, ਸਭ ਮੈਂ ਇੱਕ ਵਰਦਾ, ਗੁਰ ਸ਼ਬਦੀ ਪਾਇਆ ਜਾਈ। ਇੱਥੇ ਵੀ ਮਨਮੁਖ ਹਰਮੰਦਰ ਕੀ ਸਾਰ ਨਾ ਜਾਣੀ, ਤਿੰਨੀ ਜਨਮ ਗਵਾਤਾ। ਇੱਥੇ ਰਾਮਕਲੀ ਮਹਲਾ ਤੀਜਾ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਆਪਣੇ ਅੰਦਰ ਪਰਮੇਸ਼ਵਰ ਨੂੰ ਨਹੀਂ ਪਛਾਣਿਆ ਤਾਂ ਤੇਰਾ ਜਨਮ ਜਿਹੜਾ ਹੈ ਵਿਅਰਥ। ਅੰਦਰ ਦਾ ਭਾਵ ਫਿਰ ਸਰੀਰ ਜਾਂ ਹਿਰਦਾ ਹੀ ਆਏਗਾ ਜੀ। ਅਸੀਂ ਦੇਖ ਰਹੇ ਹਾਂ ਕਿ ਹਰਮੰਦਰ ਦਾ ਭਾਵ ਬਹੁਤ ਸ਼ਬਦਾਂ ਵਿੱਚ ਹਰਮੰਦਰ ਭਾਵ ਹਰੀ ਦਾ ਦਰ ਭਾਵ ਹਿਰਦਾ ਜਾਂ ਸਰੀਰ ਹੈ। ਅੱਗੇ ਕੁਝ ਪ੍ਰਮਾਣ ਹੋਰ ਵਿਚਾਰਦੇ ਹਾਂ। ਹਰਮੰਦਰ ਆਵੈ ਜਾਂ ਪ੍ਰਭਾਵੈ, ਤਨ ਉਭੀ ਗੁਣਸਾਰੀ, ਘਰ ਕਰ ਕੰਤ ਰਵੈ ਸੁਹਾਗਨ, ਹਉ ਕਿਉਂ ਕਰ ਕੰਤ ਵਿਸਾਰੀ। ਇੱਥੇ ਵੀ ਘਰ ਕਰ ਕੰਤ ਰਹਿ ਸੁਹਾਗਨ ਦੀ ਗੱਲ ਆਉਂਦੀ ਹੈ ਤਾਂ ਘਰ ਦਾ ਮਤਲਬ ਘੱਟ ਹੈ, ਤੇ ਸਮੂਹ ਹਿਰਦੇ ਹੈ। ਹਰਮੰਦਰ ਮੈਂ ਰਾਮ ਨਿਧਾਨ ਹੈ, ਨਾ ਬੁਝੈ ਮੁਗਦ ਗਵਾਰ। ਹਰਮੰਦਰ ਮੈਂ ਨਾਮ ਨਿਧਾਨ ਹੈ, ਨਾ ਬੁਝੈ ਮੁਗਦ ਗਵਾਰ, ਗੁਰ ਪ੍ਰਸਾਦੀ ਚੀਨਿਆ, ਹਰ ਰੱਖਿਆ ਉਰਤਾਰ। ਇੱਥੇ ਵੀ ਉਰਤਾਰ ਦੀ ਗੱਲ ਆਉਂਦੀ ਹੈ, ਹਿਰਦੇ ਦੀ ਗੱਲ ਆਉਂਦੀ ਹੈ। ਪ੍ਰਭਾਤੀ ਮਹਲਾ ਤੀਜਾ। ਹਰ ਮੰਦਰ ਮੈਂ ਹਰ ਵਸੈ, ਸਭ ਨਿਰੰਤਰ ਸੋਏ। ਹਰ ਮੰਦਰ ਮੈਂ ਹਰ ਵਸੈ, ਸਭ ਨਿਰੰਤਰ ਸੋਏ, ਨਾਨਕ ਗੁਰਮੁਖ ਵਣਜੀਐ, ਸੱਚਾ ਸੌਦਾ ਹੋਏ। ਗੁਰਮੁਖ ਦੀ ਜਿਹੜੀ ਵਣਜ ਹੈ, ਨਾਮ ਦੀ ਵਣਜ, ਉਹ ਪਰਮਾਤਮਾ ਦੇ ਅੰਦਰ ਨਿਰੰਤਰ ਉਸ ਦੇ ਨਾਲ ਮੇਲ ਹੋਣ ਨਾਲ ਹੀ ਪੋਸੀਬਲ ਹੈ। ਇੱਥੇ ਵੀ ਪ੍ਰਭਾਤੀ ਮਹਲਾ ਤੀਜਾ ਦੇ ਵਿੱਚ ਇਸ਼ਾਰਾ ਹਰਮੰਦਰ ਹਿਰਦਾ ਹੈ ਜੀ। ਕਾਇਆ ਹਰਮੰਦਰ ਹਰ ਆਪ ਸਵਾਰ ਹੈ। ਕਾਇਆ ਫਿਰ ਸਰੀਰ ਦੀ ਗੱਲ ਆ ਗਈ। ਮਾਰੂ ਮਹਲਾ ਤੀਜਾ। ਕਾਇਆ ਹਰਮੰਦਰ ਆਪ ਸਵਾਰ ਹੈ, ਇਸ ਵਿੱਚ ਹਰ ਜੀਉ ਵਸੈ ਮੁਰਾਰ। ਪ੍ਰਭਾਤੀ ਮਹਲਾ ਤੀਜਾ ਦਾ ਇੱਕ ਹੋਰ ਪ੍ਰਮਾਣ ਹੈ ਜੀ, ਹਰਮੰਦਰ ਇਹ ਸਰੀਰ ਹੈ। ਬੜਾ ਕਲੀਅਰ ਹੈ ਜੀ, ਹਰਮੰਦਰ ਇਹ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਉੱਪਰ ਪੰਜਵੇਂ ਪਾਤਸ਼ਾਹ ਤੋਂ ਇਲਾਵਾ ਅਸੀਂ ਤਿੰਨ ਪਾਤਸ਼ਾਹਾਂ ਦੀਆਂ ਬਾਣੀਆਂ ਚੋਂ ਪ੍ਰਮਾਣ ਲਏ ਹਨ। ਇਸ ਕਰਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਜ਼ਿਕਰ ਪਹਿਲੇ ਤਿੰਨਾਂ ਪਾਤਸ਼ਾਹਾਂ ਦੀ ਬਾਣੀ ਦੇ ਵਿੱਚ ਨਹੀਂ ਹੈ। ਸਪਸ਼ਟ ਹੈ ਸਰੀਰ ਜਾਂ ਹਿਰਦਾ ਹੀ ਹੈ। ਇੱਕ ਦੋ ਤੁਕਾਂ ਪੰਜਵੇਂ ਪਾਤਸ਼ਾਹ ਦੀ ਬਾਣੀ ਨਾਲ ਵੀ ਸੰਬੰਧਿਤ ਅਸੀਂ ਲੈ ਲੈਨੇ ਹਾਂ, ਜਿਸ ਦਾ ਵਿਚਾਰ ਕੋਸ਼ ਦੇ ਵਿੱਚ ਹੋਰ ਤਰ੍ਹਾਂ ਹੈ ਪਰ ਅਸਲ ਵਿਚਾਰ ਹੋਰ ਤਰ੍ਹਾਂ ਹੈ। ਅਸੀਂ ਪਹਿਲਾ ਪ੍ਰਮਾਣ ਇਹ ਲਿਆ ਜੀ, ਦਹਿ ਦਿਸ ਖੋਜਤ ਹਮ ਫਿਰੇ, ਮੇਰੇ ਲਾਲ ਜੀਓ, ਹਰ ਪਾਇੜਾ ਘਰ ਆਏ ਰਾਮ, ਹਰਮੰਦਰ ਹਰ ਜੀਓ ਸਾਜਿਆ, ਮੇਰੇ ਲਾਲ ਜੀਓ, ਹਰ ਤਿਸ ਮੈਂ ਰਹਿ ਸਮਾਏ ਰਾਮ। ਇਸ ਤੋਂ ਅਗਲੀ ਲਾਈਨ ਨਾਲ ਦੇਖਾਂਗੇ, ਹਰ ਜਪੇ ਹਰਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ। ਅੱਗੇ ਜਾ ਕੇ ਦੂਸਰੇ ਬੰਦ ਵਿੱਚ ਗੁਰੂ ਅਰਜਨ ਸਾਹਿਬ ਆਪ ਹੀ ਫਰਮਾਉਂਦੇ ਹਨ, ਘਰ ਮੈਂ ਨਵਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੇ, ਪੂਰਨ ਜਾ ਕੇ ਪਾਕਾ। ਗੱਲ ਹਿਰਦੇ ਦੇ ਵਿੱਚ ਭੰਡਾਰ ਦੀ ਹੈ। ਘਰ ਮਤਲਬ ਫਿਰ ਵੀ ਹਿਰਦਾ ਹੀ ਹੈ, ਤੇ ਸੁਆਮੀ ਨੂੰ ਸਿਮਰਨਾ ਹੈ, ਉਸ ਨੂੰ ਅੰਦਰ ਹੋਏ ਦੀ ਪਛਾਣ ਕਰਨੀ ਹੈ।
ਇਹ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ। ਇਸ ਵਾਸਤੇ ਅਸੀਂ ਘਰ ਮੈਂ ਨਵਨਿਤ ਫਿਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੇ, ਪੂਰਨ ਜਾ ਕੇ ਭਾਗਾ। ਇਸੇ ਸ਼ਬਦ ਤੋਂ ਅਸੀਂ ਉਪਦੇਸ਼ ਲੈ ਕੇ ਇਹ ਗੱਲ ਸਮਝਦੇ ਹਾਂ ਕਿ ਮਹਾਨ ਕੋਸ਼ ਦੇ ਵਿੱਚ ਹਰਮੰਦਰ ਦੇ ਨਾਮ ਨਾਲ ਦਰਬਾਰ ਸਾਹਿਬ ਨੂੰ ਜਾਣਿਆ ਗਿਆ ਹੈ, ਜੋ ਕਿ ਪ੍ਰਚਲਿਤ ਨਾਮ ਹੋ ਸਕਦਾ ਹੈ, ਪਰ ਗੁਰਬਾਣੀ ਦੇ ਧਿਆਨ ਵਿੱਚ ਅਜਿਹੇ ਭਾਵ ਦਰੁਸਤ ਨਹੀਂ। ਸੋ ਸ੍ਰੀ ਦਰਬਾਰ ਸਾਹਿਬ ਨੂੰ ਗੁਰਬਾਣੀ ਵਿੱਚ ਹਰਮੰਦਰ ਕਹੇ ਜਾਣ ਦਾ ਕੋਈ ਹਵਾਲਾ ਨਹੀਂ ਹੈ ਜੀ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਸਾਰੀਆਂ ਤੁਕਾਂ ਗੁਰਬਾਣੀ ਦੀਆਂ ਦੇ ਕੇ ਸਾਨੂੰ ਬੜਾ ਹੀ ਸਪਸ਼ਟ ਕਰ ਦਿੱਤਾ ਹੈ ਕਿ ਜੋ ਸ਼ਬਦ ਹਰਮੰਦਰ ਹੈ ਉਹਦੇ ਅਰਥ ਸਰੀਰ ਹੋ ਸਕਦੇ ਹਨ, ਸੰਸਾਰ ਹੋ ਸਕਦੇ ਹਨ, ਔਰ ਇਹਦੇ ਨਾਲ ਜਾਂ ਹਿਰਦਾ, ਉਹ ਵੀ ਸਰੀਰ ਦੀ ਗੱਲ ਹੀ ਹੈ। ਜਦ ਕਿ ਇਹ ਕਿਤੇ ਵੀ ਨਹੀਂ ਮਤਲਬ ਸਾਬਤ ਹੋਇਆ ਵੀ ਕਿਸੇ ਪਰਟੀਕੂਲਰ ਜਗ੍ਹਾ ਲਈ ਮਹਾਰਾਜ ਨੇ ਇਹ ਸ਼ਬਦ ਜਿਹੜਾ ਉਤਾਰਿਆ। ਸੋ ਬੇਨਤੀ ਹੈ ਕਿ ਜਿਹੜੇ ਵੀ ਵਿਦਵਾਨ ਨੇ ਉਹ ਜੇ ਤੇ ਕੋਈ ਰਿਸਰਚ ਕਰਕੇ ਕੋਈ ਨਵੀਂ ਚੀਜ਼ ਲੱਭਦੀ ਹੈ ਤਾਂ ਸੰਗਤ ਨਾਲ ਜ਼ਰੂਰ ਸਾਂਝੀ ਕਰਨ, ਪਰੰਤੂ ਜ਼ਰੂਰੀ ਨਹੀਂ ਕਿ ਕੋਈ ਨਵੀਂ ਗੱਲ ਕਰਨੀ ਹੁੰਦੀ ਹੈ ਤੇ ਸ਼ਾਇਦ ਇਸੇ ਕਰਕੇ ਕੀਤੀ ਹੋਵੇ, ਇਹ ਤੇ ਉਹੀ ਜਾਣਦੇ ਜਿਨ੍ਹਾਂ ਨੇ ਕੀਤੀ ਹੈ। ਪਰ ਚਲੋ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਔਰ ਜਿਹੜਾ ਸਵਾਲ ਆਇਆ ਹੈ ਇਹ ਵੀ ਇਸ ਗੱਲੋਂ ਬੜੀ ਚੜ੍ਹਦੀ ਕਲਾ ਕਿ ਸਾਡੇ 'ਚ ਇਹ ਸੁਚੇਤਤਾ ਹੈ ਵੀ ਇਹ ਸ਼ਬਦ ਕਿਉਂ ਮਤਲਬ ਉਹਨਾਂ ਨੇ ਵਰਤਾ, ਇਹਦਾ ਅਰਥ ਕਿਵੇਂ ਇੰਝ ਕਰ ਦਿੱਤੇ। ਤੋ ਧੰਨਵਾਦ ਵੀ ਡਾਕਟਰ ਤਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਗੁਰਬਾਣੀ ਦੇ ਸਿਰਲੇਖਾਂ ਬਾਰੇ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਜੀ, ਤੇ ਉਹਦੇ 'ਚ ਸਵਈਏ ਸ੍ਰੀ ਮੁਖ ਵਾਕ ਮਹਿਲਾ ਪੰਜਵਾਂ ਆਉਂਦਾ। ਸਵਾਲ ਕਰਤਾ ਪੁੱਛਦਾ ਵੀ ਇਹ ਜੋ ਸਿਰਲੇਖ ਹੈ ਗੁਰਬਾਣੀ ਦਾ, ਸਵਈਏ ਸ੍ਰੀ ਮੁਖ ਵਾਕ ਮਹਿਲਾ ਪੰਜਵਾਂ, ਤੇ ਆਇਆ ਇਹ ਜਿਹੜੇ ਉਸ ਤੋਂ ਬਾਅਦ ਉਚਾਰੇ ਸਵਈਏ ਨੇ ਉਹ ਪੰਜ ਪਾਤਸ਼ਾਹ ਜੀ ਦੇ ਹਨ ਜਾਂ ਭੱਟ ਸਾਹਿਬਾਨ ਦੇ ਹਨ। ਬੇਨਤੀ ਕਰ ਰਹੇ ਹਾਂ ਵੀਰ ਕਿਕਰ ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ ਕਲੈਰਿਟੀ ਜਿਹੜੀ ਉਹ ਦੇਣ। ਹਾਂਜੀ ਕਿਕਰ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਗੁਰਬਾਣੀ ਸੰਬੰਧੀ ਸਵਾਲ ਆਇਆ ਹੈ, ਸਵਈਏ ਸ਼੍ਰੀ ਮੁਖ ਵਾਕ ਮਹਿਲਾ ਪੰਜਵਾਂ, ਕੀ ਇਹ ਜਿਹੜੀ ਗੁਰਬਾਣੀ ਹੈ ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਜਾਂ ਕਿ ਭੱਟ ਸਾਹਿਬਾਨ ਦੀ ਉਚਾਰਨ ਕੀਤੀ ਹੋਈ ਹੈ? ਕਿਉਂਕਿ ਜਿਹੜਾ ਸਿਰਲੇਖ ਹੈ ਬਾਣੀ ਦਾ ਉਹ ਹੈ ਸਵਈਏ। ਸਵਈਏ ਭੱਟਾਂ ਦੇ ਵੀ ਉਚਾਰੇ ਹੋਏ ਹਨ ਅਤੇ ਪੰਜਵੇਂ ਪਾਤਸ਼ਾਹ ਦੇ ਵੀ ਉਚਾਰੇ ਹੋਏ ਹਨ, ਅਤੇ ਹੈ ਵੀ ਨਾਲ ਨਾਲ ਹੀ ਹਨ। ਇਸ ਕਰਕੇ ਆਮ ਤੌਰ 'ਤੇ ਕਿਸੇ ਨੂੰ ਵੀ ਇਹ ਭੁਲੇਖਾ ਲੱਗ ਸਕਦਾ ਕਿ ਜਿਹੜੇ ਸਵਈਏ ਹੈ ਕਿ ਇਹ ਭੱਟਾਂ ਦੇ ਹਨ ਜਾਂ ਪੰਜਵੇਂ ਪਾਤਸ਼ਾਹ ਦੇ। ਸੋ ਇਹਦੇ ਬਾਰੇ ਆਪਾਂ ਜਦੋਂ ਗੁਰਬਾਣੀ ਨੂੰ ਗੌਰ ਨਾਲ ਵਾਚਦੇ ਹਾਂ ਤਾਂ ਉਹਦੇ ਵਿੱਚ 3-4 ਜਿਹੜੇ ਸਾਡੇ ਨੁਕਤੇ ਹੈ ਉਹ ਸਾਹਮਣੇ ਆਉਂਦੇ ਆ, ਤੇ ਮੈਂ ਸਮਝਦਾ ਵੀ ਉਹ ਇਹ ਕਾਫੀ ਹੈ ਦਰਸਾਉਣ ਲਈ ਕਿ ਇਹ ਬਾਣੀ ਗੁਰੂ ਸਾਹਿਬਾਨ ਦੀ ਹੈ ਜਾਂ ਭੱਟ ਸਾਹਿਬਾਨ ਦੀ ਹੈ। ਨੰਬਰ 1 ਹੈ ਜੀ, ਜਦੋਂ ਕਿਸੇ ਵੀ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਹੈ ਤਾਂ ਉਸ ਬਾਣੀ ਨਾਲ ਤਰਤੀਬਵਾਰ ਮਹਿਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਜਾਂ ਨੌਵਾਂ ਲਿਖਿਆ ਹੁੰਦਾ ਹੈ। ਤੇ ਇੱਥੇ ਵੀ ਜੋ ਬਾਣੀ ਦਾ ਸਿਰਲੇਖ ਦੇ ਕੇ ਲਿਖਿਆ ਹੈ ਮਹਿਲਾ ਪੰਜਵਾਂ। ਸੋ ਇੱਥੇ ਮਹਿਲਾ ਪੰਜਵਾਂ ਸਵਈਏ ਸ਼੍ਰੀ ਮੁਖ ਵਾਕ ਮਹਿਲਾ ਪੰਜਵਾਂ। ਪਹਿਲਾ ਕਾਰਨ ਇਹ ਹੈ। ਦੂਸਰਾ ਹੈ ਜੀ, ਸਵਈਏ ਸ਼੍ਰੀ ਮੁਖ ਵਾਕ ਮਹਲਾ ਪੰਜਵਾਂ ਜਿਹੜਾ ਬਾਣੀ ਦਾ ਸਿਰਲੇਖ ਹੈ ਉਸ ਤੋਂ ਪਹਿਲਾਂ ਸੰਪੂਰਨ ਰੂਪ ਵਿੱਚ ਮੂਲ ਮੰਤਰ ਲਿਖਿਆ ਹੋਇਆ ਹੈ। ਤੇ ਇਹ ਜਿਹੜਾ ਸੰਪੂਰਨ ਮੂਲ ਮੰਤਰ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 33 ਵਾਰ ਆਇਆ। ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਹੈ ਤੇ 32 ਵਾਰ ਵੱਖ-ਵੱਖ ਬਾਣੀਆਂ ਦੇ ਨਾਲ ਆਇਆ। ਜਦੋਂ ਰਾਗ ਸ਼ੁਰੂ ਹੁੰਦੇ ਹੈ ਜਾਂ ਕੋਈ ਵਿਸ਼ੇਸ਼ ਬਾਣੀ ਸ਼ੁਰੂ ਹੁੰਦੀ ਹੈ ਤੇ ਉੱਥੇ 32 ਵਾਰ ਇਹ ਆਇਆ। ਜਦੋਂ ਅਸੀਂ ਇਸ ਸੰਪੂਰਨ ਮੂਲ ਮੰਤਰ ਨੂੰ ਦੇਖਦੇ ਹਾਂ ਤਾਂ ਇਹ ਤਕਰੀਬਨ ਗੁਰੂ ਆਪਣੇ 6 ਗੁਰੂ ਸਾਹਿਬਾਨ ਦੀ ਬਾਣੀ ਨਾਲ ਹੀ ਆਇਆ। ਤੇ ਕਿਤੇ ਵੀ ਭਗਤਾਂ ਦੀ ਬਾਣੀ ਨਾਲ 15 ਭਗਤਾਂ ਦੀ ਬਾਣੀ ਹੈ, 3 ਗੁਰਸਿੱਖਾਂ ਦੀ ਬਾਣੀ ਹੈ ਤੇ 11 ਭੱਟਾਂ ਦੀ ਬਾਣੀ ਹੈ, ਉੱਥੇ ਕਿਤੇ ਵੀ ਸੰਪੂਰਨ ਰੂਪ ਵਿੱਚ ਜਿਹੜਾ ਮੂਲ ਮੰਤਰ ਨਹੀਂ ਆਇਆ। ਕੇਵਲ ਸੰਖੇਪ ਰੂਪ ਵਿੱਚ ਮੂਲ ਮੰਤਰ ਦੀ ਵਰਤੋਂ ਹੋਈ ਹੈ।
ਤੇ ਲੇਕਿਨ ਜਿਹੜਾ ਸਵਈਏ ਸ਼੍ਰੀ ਮੁੱਖ ਵਾਕ ਮਹਲਾ ਪੰਜਵਾਂ ਤੋਂ ਪਹਿਲਾਂ ਸੰਪੂਰਨ ਰੂਪ ਵਿੱਚ ਮੂਲ ਮੰਤਰ ਦਰਜ ਹੈ, ਜਿਹੜਾ ਕਿ ਹਮੇਸ਼ਾ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਨਾਲ ਹੀ ਦਰਜ ਕੀਤਾ ਗਿਆ ਹੈ। ਤੀਜਾ ਜਿਹੜਾ ਖਾਸ ਨੁਕਤਾ ਹੈ ਸਵਈਏ ਸ਼੍ਰੀ ਮੁੱਖ ਵਾਕ ਮਹਲਾ ਪੰਜਵਾਂ, ਇਹ 2 ਵਾਰੀ ਸਿਰਲੇਖ ਆਉਂਦੇ ਹਨ। ਪਹਿਲੇ ਸਿਰਲੇਖ ਅਧੀਨ 9 ਸਵਈਏ ਆਉਂਦੇ ਹਨ ਅਤੇ ਇਹਨਾਂ ਸਾਰਿਆਂ ਦੀ ਆਖਰੀ ਪੰਕਤੀ ਵਿੱਚ ਨਾਨਕ ਮੋਹਰ ਸ਼ਬਦ ਦੀ ਵਰਤੋਂ ਹੋਈ ਹੈ, ਜੋ ਕਿ ਕੇਵਲ ਗੁਰੂ ਸਾਹਿਬਾਨ ਹੀ ਵਰਤ ਸਕਦੇ ਸਨ। ਦੂਜੇ ਸਿਰਲੇਖ ਅਧੀਨ ਵੀ 11 ਸਵਈਏ ਆਉਂਦੇ ਹਨ, ਜਿਨ੍ਹਾਂ ਵਿੱਚ ਪਹਿਲੇ 9 ਸਵਈਆਂ ਦੀ ਆਖਰੀ ਪੰਕਤੀ ਵਿੱਚ ਨਾਨਕ ਪਦ ਦੀ ਵਰਤੋਂ ਹੋਈ ਆ, ਤੇ ਜਿਹੜੀਆਂ ਆਖਰੀ 10ਵਾਂ ਅਤੇ 11ਵਾਂ 2 ਸਵਈਏ ਹਨ, ਉਸ ਦੇ ਸੰਬੰਧ ਵਿੱਚ ਸ਼ਬਦਾਰਥ ਪੋਥੀ ਵਿੱਚ ਇੱਕ ਲਿਖਿਆ ਹੋਇਆ ਨੋਟ ਵੀ ਦਰਜ ਹੈ ਕਿ ਇਹ ਦੋਵੇਂ ਸਵਈਆਂ ਦੀ ਭਾਵ 10ਵਾਂ ਤੇ 11ਵਾਂ ਸਵਈਆ ਤਰਜ ਬਦਲ ਗਈ ਹੈ, ਉਹਨਾਂ ਦੀ ਲੈ ਬਦਲ ਗਈ ਹੈ। ਇਸ ਕਰਕੇ ਉਹਨਾਂ ਨਾਲ 10 ਦੇ ਮੂਹਰੇ 1, 11 ਦੇ ਮੂਹਰੇ 2 ਭਾਵ 1 10 2 11 ਨੰਬਰ ਲਾਇਆ ਗਿਆ ਹੈ, ਭਾਵ ਕਿ ਇਹ ਦੋਵੇਂ ਸਵਈਏ ਇੱਕੋ ਗਰੁੱਪ ਦੇ ਹਨ। ਤਾਂ ਸੁਭਾਵਕ ਹੈ ਕਿ ਗੁਰੂ ਸਾਹਿਬ ਨੇ ਕੇਵਲ ਸਵਈਏ ਨੰਬਰ 10 ਵਿੱਚ ਨਾਨਕ ਮੋਹਰ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਆਖਰੀ 11ਵੇਂ ਸਵਈਏ ਵਿੱਚ ਨਹੀਂ ਕੀਤੀ ਹੈ। ਇਸ ਤਰ੍ਹਾਂ ਜਦੋਂ ਅਸੀਂ ਹੋਰ ਬਾਣੀਆਂ ਵੀ ਵੇਖਦੇ ਹਾਂ, ਜਿਵੇਂ ਜਪਜੀ ਸਾਹਿਬ ਵਿੱਚ ਵੀ ਕਈ ਵਾਰ ਇੱਕ ਗਰੁੱਪ ਵਾਲੀਆਂ ਪੌੜੀਆਂ ਵਿੱਚ ਕੇਵਲ ਇੱਕੋ ਵਾਰ ਨਾਨਕ ਪਦ ਦੀ ਵਰਤੋਂ ਕੀਤੀ ਗਈ ਹੈ। ਫਾਰ ਐਗਜ਼ਾਮਪਲ ਜਿਵੇਂ ਕਿ ਪੌੜੀ ਨੰਬਰ 16 ਤੋਂ 19 ਤੱਕ 4 ਪੌੜੀਆਂ ਵਿੱਚ ਕੇਵਲ ਪੌੜੀ ਨੰਬਰ 18 ਵਿੱਚ ਹੀ ਨਾਨਕ ਪਦ ਦੀ ਵਰਤੋਂ ਹੋਈ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਦੇ ਸਲੋਕ ਹਨ, ਫਰੀਦ ਜੀ ਦੇ ਸਲੋਕ ਹਨ, ਉਹਨਾਂ ਦੇ ਵਿੱਚ ਵੀ ਕਈ ਸਲੋਕਾਂ ਵਿੱਚ ਉਹਨਾਂ ਦੇ ਨਾਮ ਦੀ ਛਾਪ ਨਹੀਂ ਹੈ, ਲੇਕਿਨ ਇਸ ਦੇ ਬਾਵਜੂਦ ਵੀ ਉਹ ਸਲੋਕ ਆ ਜਿਹੜੇ ਕਬੀਰ ਸਾਹਿਬ ਜਾਂ ਫਰੀਦ ਸਾਹਿਬ ਦੇ ਹੀ ਗਿਣੇ ਜਾਂਦੇ ਹਨ। ਇਹਨਾਂ ਸਵਈਆਂ ਤੋਂ ਪਹਿਲਾਂ ਮੁੱਖ ਵਾਕ ਲਿਖਣ ਦਾ ਮਕਸਦ ਵੀ ਇਹਨਾਂ ਨੂੰ ਭੱਟਾਂ ਦੇ ਸਵਈਆਂ ਨਾਲੋਂ ਅਲੱਗ ਦਰਸਾਉਣ ਦਾ ਹੀ ਹੈ, ਤਾਂ ਕਿ ਕਿਸੇ ਨੂੰ ਇਸ ਬਾਰੇ ਭੁਲੇਖਾ ਨਾ ਹੋ ਜਾਵੇ, ਕਿਉਂਕਿ ਭੱਟਾਂ ਦੇ ਸਵਈਆਂ ਨਾਲ ਕਿਤੇ ਵੀ ਮੁੱਖ ਵਾਕ ਸ਼ਬਦ ਨਹੀਂ ਹੈ। ਜਿਹੜਾ ਚੌਥਾ ਤੇ ਆਖਰੀ ਪੁਆਇੰਟ ਹੈ, ਨੁਕਤਾ ਹੈ, ਜਦੋਂ ਅਸੀਂ ਸਵਈਏ ਸ਼੍ਰੀ ਮੁੱਖ ਵਾਕ ਮਹਲਾ ਪੰਜਵਾਂ ਅਤੇ ਬਾਕੀ ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਮਹੱਲੇ ਤੀਜੇ ਕੇ, ਚੌਥੇ ਕੇ ਅਤੇ ਪੰਜਵੇਂ ਕੇ ਲਿਖਿਆ ਦੇਖਦੇ ਹਾਂ, ਤਾਂ ਬਕਾਇਦਾ ਸ਼ਬਦਾਂ ਅਤੇ ਅੰਕਾਂ ਵਿੱਚ ਲਿਖ ਕੇ ਵੀ ਗੁਰੂ ਸਾਹਿਬ ਅਤੇ ਭੱਟਾਂ ਦੇ ਸਵਈਆਂ ਨੂੰ ਅਲੱਗ-ਅਲੱਗ ਦਰਸਾਇਆ ਗਿਆ ਹੈ, ਕਿਉਂਕਿ ਗੁਰੂ ਸਾਹਿਬਾਨ ਜੀ ਦੀ ਬਾਣੀ ਨਾਲ ਹਮੇਸ਼ਾ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਹੀ ਲਿਖਿਆ ਹੋਇਆ ਹੈ ਅਤੇ ਕੀ ਆਦਿ ਮੁੱਖ ਵਾਕ ਮਹਲਾ ਪੰਜਵਾਂ ਨਿਰਸੰਦੇਹ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੇ ਹੋਏ ਹਨ। ਸੋ ਸਮੁੱਚੀ ਵਿਚਾਰ ਕਰਦੇ ਹਾਂ, ਕਈ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਪਦ ਦੀ ਵਰਤੋਂ ਔਰ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਸ੍ਰੀ ਮੁੱਖ ਵਾਕ ਉਚੇਚੇ ਤੌਰ ਤੇ ਲਿਖਿਆ ਜਾ ਕੇ ਬਾਕੀ ਗਰੁੱਪਾਂ 'ਚ ਨਹੀਂ ਹੈ, ਤਾਂ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਜਿਹੜੇ ਸਵਈਏ ਸ੍ਰੀ ਮੁੱਖ ਵਾਕ ਮਹਲਾ ਪੰਜਵਾਂ ਇਹ ਪੰਜ ਪਾਤਸ਼ਾਹ ਜੀ ਦੇ ਹੀ ਉਚਾਰੇ ਹੋਏ ਹਨ। ਤੋਂ ਧੰਨਵਾਦ ਵੀਰ ਆਪਣਾ ਕਿਕਰ ਸਿੰਘ ਜੀ ਆਪ ਜੀ ਦਾ, ਆਪਨੇ ਬੜੀ ਮਿਹਨਤ ਦੇ ਨਾਲ ਗੁਰਬਾਣੀ ਦੀਆਂ ਤੁਕਾਂ ਔਰ ਗੁਰਬਾਣੀ ਦੇ ਰੈਫਰੈਂਸ ਦੇ ਕੇ ਸਾਨੂੰ ਸਮਝਾਇਆ, ਸ਼ੁਕਰੀਆ। ਤੋਂ ਸੰਗਤ ਜੀ ਅਗਲਾ ਜਿਹੜਾ ਆਪਾਂ ਸਵਾਲ ਲੈ ਰਹੇ ਹਾਂ, ਇਹ ਸਾਹ ਹਰਮਿੰਦਰ ਸਿੰਘ ਜੀ ਦਾ ਸਵਾਲ ਸੀ ਬਈ ਜਿਸ ਵੇਲੇ ਭੱਟ ਸਾਹਿਬਾਨ ਦੇ ਸਵਈਆਂ 'ਚ ਜੋ ਭੱਟ ਸਾਹਿਬਾਨ ਦੇ ਨਾਮ ਆਉਂਦੇ ਨੇ, ਇੱਕ ਕਲ ਤੇ ਇੱਕ ਟਲ ਆਉਂਦਾ ਹੈ, ਭਾਵੇਂ ਕੱਕੇ ਨਾਲ ਤੇ ਦੂਜਾ ਟੈਂਕੇ ਨਾਲ। ਕਲ ਤੇ ਟਲ ਆਇਆ, ਇਹ ਇੱਕੋ ਕੋਈ ਭੱਟ ਸਾਹਿਬਾਨ ਦੇ ਨਾਮ ਨੇ ਜਾਂ ਇਹ ਵੱਖੋ ਵੱਖਰੇ ਨੇ ਜਾਂ ਕੋਈ ਮਿਸਪ੍ਰਿੰਟ ਹੈ। ਤੋਂ ਬੇਨਤੀ ਹੈ ਵੀਰ ਮਨਵਿੰਦਰਪਾਲ ਸਿੰਘ ਜੀ, ਇਹਦੇ ਬਾਰੇ ਸਾਨੂੰ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਜਿਸ ਸਵਈਏ ਦੇ ਬਾਰੇ ਸਵਾਲ ਹੈ, ਉਹ ਸਵਈਏ ਮਹੱਲੇ ਦੂਜੇ ਕੇ ਦੀ ਲੜੀ ਦੇ ਵਿੱਚ 10ਵਾਂ ਸਵਈਆ ਹੈ
ਔਰ ਉਹਦੇ ਅਖੀਰ ਦੇ ਉੱਤੇ ਅਖੀਰਲੀਆਂ ਦੋ ਪੰਕਤੀਆਂ ਹਨ, ਸੁਖੋ ਟਲ ਗੁਰ ਸੇਵੀਆ ਐਨ ਐਸਾ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਇਹ ਪੰਕਤੀਆਂ ਬਹੁਤ ਜ਼ਿਆਦਾ ਵਰਤੋਂ ਵਿੱਚ ਆਉਂਦੀਆਂ ਹਨ। ਆਮ ਤੌਰ ਤੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਹੁਕਮ ਲੈਣ ਤੋਂ ਪਹਿਲਾਂ ਬਹੁਤ ਸਾਰੇ ਲੋਕੀ ਇਹਨਾਂ ਹੀ ਪੰਕਤੀਆਂ ਨੂੰ ਪਹਿਲਾਂ ਮੰਗਲਾਚਰਨ ਦੇ ਰੂਪ ਵਿੱਚ ਪੜ੍ਹਦੇ ਹਨ। ਸਵਾਲ ਹੈ ਕਿ ਇਹ ਟਲ ਕੌਣ ਹੈ? तो ਇਹਦਾ ਜੋ ਤਰੀਕਾ, ਜਿਸ ਤਰੀਕੇ ਦੇ ਨਾਲ ਸਾਰੇ ਭੱਟਾਂ ਦੇ ਨਾਮ ਅਤੇ ਭੱਟਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਅੰਦਰ ਬਹੁਤ ਹੀ ਵਿਸਥਾਰ ਸਹਿਤ ਇਸ ਸਾਰੇ ਸਿਸਟਮ ਨੂੰ ਸਮਝਾਇਆ ਹੈ। ਭੱਟਾਂ ਦੇ ਸਵਈਏ ਸ਼ੁਰੂ ਹੁੰਦੇ ਨੇ ਸਵਈਏ ਮਹੱਲੇ ਪਹਿਲੇ ਕੇ। ਸਵਈਏ ਮਹੱਲੇ ਪਹਿਲੇ ਕੇ ਜਿਹੜੇ ਹਨ ਉਹ ਗਿਣਤੀ ਵਿੱਚ 10 ਹਨ ਅਤੇ ਸਾਰੇ ਦੇ ਸਾਰੇ ਹੀ ਉਹ ਭੱਟ ਕਲ ਸਹਾਰ ਦੇ ਉਚਾਰਨ ਕੀਤੇ ਹੋਏ। ਸਵਈਏ ਮਹੱਲੇ ਦੂਜੇ ਕੇ ਜਿਹੜੇ ਹਨ ਉਹ ਵੀ ਸ਼ੁਰੂ ਹੁੰਦੇ ਹਨ ਤੇ ਭੱਟ ਕਲ ਸਹਾਰ ਤੋਂ ਹੀ ਆਰੰਭ ਹੁੰਦੇ। ਉਹ ਬਾਕੀ ਵੀ ਜਿਹੜੇ ਸਵਈਏ ਮਹੱਲੇ ਤੀਜੇ ਕੇ ਹਨ, ਸਭ ਤੋਂ ਪਹਿਲਾਂ ਭੱਟ ਕਲ ਦਾ ਹੀ ਸਵਈਏ ਦਰਜ ਹਨ। तो इस तो प्रोफेसर साहब जी ने निर्णय लिता है कि भी भट्ट कल सहार इन्हां भट्टां दे जथेदार सी ते उसे नूं ही सब तो पहला प्रायोरिटी दे के नंबर 1 दे उत्ते उहदी रचना नूं दर्ज किया गया। सवैये महले पहले के भी तो सारे ही सवैये उसदे हन ते सवैये महले दूजे के दे विच भी जदों असीं देखदे हां कि पहले तो लैके 9 तक अंक सब जगह जो दर्ज है वो नाम भट्ट कल ਦਾ ਹੀ ਹੈ। ਜਿਵੇਂ 6ਵੇਂ ਚ ਹਰ ਪਰਸਿਓ ਕਲ ਸਮੁਲਵੈ, 7ਵੇਂ ਦੇ ਵਿੱਚ ਸਦ ਰੰਗ ਸਹਿਜ ਕਲ ਉਚਰੈ, 8ਵੇਂ ਦੇ ਵਿੱਚ ਨਾਮ ਨਹੀਂ ਹੈ ਕਲ ਦਾ ਲੇਕਿਨ ਉਸੇ ਸੀਰੀਜ਼ ਵਿੱਚ ਅੰਕ ਚੱਲ ਰਿਹਾ ਹੈ। 9ਵੇਂ ਦੇ ਵਿੱਚ ਵੀ ਉਸੇ 9ਵੇਂ ਦੇ ਵਿੱਚ ਜਿਹੜੀ ਆਖਰੀ ਤੋਂ ਇੱਕ ਪਹਿਲਾ ਪੰਕਤੀ ਹੈ, ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸਿਆ ਗੁਰੂ ਕੈ सच जन्म परवान। ये 9वां सवैया ये भी भट्ट कल सहार है। तो इसे ही लड़ी दे अंदर अगे बिना किसी तब्दीली दे अंक 10वां आया है जो ये निश्चित करता है कि इत्थे भट्ट सेम ही चल रहा है, वो बदलिया नहीं गया। तो लेकिन उत्थे नाम कल की जगह ते टल छपिया होया है। पर जदों हस्तलिखित बीड़ा दे नाल कंपैरिजन किया जाता है तो ये गल बड़ी स्पष्ट हो जाती है कि छापे के बीड़ा दे विच ये टल लफज मिसप्रिंट है, होना कल ही चाहिए है। हस्तलिखित बीड़ा के अंदर सुकोह कल गुर सेविया लिखा होया है। तो इस करके ये कोई शक वाली गल नहीं रह जाती कि चाहे छापे वाली बीड़ के अंदर असी टल पाठ करते आ रहे हैं और बड़े सालों तो यही सुनते आ रहे हैं, पर यह है कल कविता ही नाम है। और अगर जे हस्तलिखित बीड़ा की मूल पाठ को देखिए तो उत्थे तो छपिया भी सुखो कल गुर सेविया एन ऐसा सुभाए, इस तरीके के नाल उत्थे पाठ लिखा मिलता है। तो उस तो बाद फिर जिहड़े अंकां की तरतीब है उहदे मुताबक ही अगों भी सारे भट्टां दे नाम निश्चित किए गए, तो उन्हां दी गिनती निश्चित की गई है। तो कुल भट्ट गिनती विच 11 हैं और टल नाम का उस तो इलावा होर कोई सवैया किते नहीं मिलता। तो जिन्ने भी बाकी सवैये हैं उन्होंने जिथे कल दे सही कल सहार दे सवैये हैं उत्थे केवल नाम कल या कल सहार या कल करके मिलता है। तो इतों ये गल साबित हो जाती है कि टल नाम जिहड़ा है वो असल दे विच कल ही होना चाहिए। इतनी बेनती प्रवान करनी जी। वाहिगुरू जी का खालसा वाहिगुरू जी की फतेह। तो बड़ा स्पष्ट वीर जी ने क्लैरिफिकेशन दे दी है। तो मैं आस करदा वीर हरमिंदर सिंह जी और बाकी संगत इहदे नाल सहमत होणगे। फिर भी जे किसी का कोई होर व्यू है तो कृपा करके ग्रुप चैट में लिख सकते। तो संगत जी आओ आप अगले सवाल चलते हैं। बड़ा अहम सवाल है कि भारत दे जिहड़ा संविधान है उहदे रचेता डॉक्टर भीम राव अंबेडकर साहब जिहड़े सीगे, जिहड़े बड़े मतलब भी जिन्हां दी अज नाम अज दी तरीक च बहुत है, ते वो एक बड़े अगांह वधू विचारां दे सन ते जिन्हां ने संविधान भी लिखिया। तो वो इतिहास विच सानूं इस गल दी मिलदी, कोई बहुती पुरानी गल नहीं, 1936 दी गल है
ਕਿ ਉਹਨਾਂ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਉਹ ਸਿੱਖੀਜ਼ਮ ਨੂੰ ਅਡਾਪਟ ਕਰਨਗੇ, ਸਾਰੇ ਅੰਮ੍ਰਿਤਪਾਨ ਕਰਨਗੇ। ਤੇ ਕਿਉਂਕਿ ਜਿਹੜੇ ਉਹਨਾਂ ਦੇ ਫਾਲੋਅਰਸ ਹਨ, ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਲੱਖਾਂ ਨਹੀਂ ਕਰੋੜਾਂ 'ਚ ਹੈ ਅੱਜ ਦੀ ਤਰੀਕ 'ਚ ਵੀ। ਉਹਨਾਂ ਨੂੰ ਬਿਲਕੁਲ ਬੜੇ ਸਤਿਕਾਰ ਨਾਲ ਮੰਨਿਆ ਜਾਂਦਾ ਔਰ ਬੜੀ ਫਾਲੋਇੰਗ ਉਹਨਾਂ ਦੀ। ਤੇ ਪਰ ਉਹ ਸਿੱਖੀਜ਼ਮ ਵਿੱਚ ਦਾਖਲ ਕਿਉਂ ਨਾ ਹੋ ਸਕੇ, ਇਹ ਸਾਨੂੰ ਸਵਾਲ ਇਹ ਆਇਆ ਵੀ ਉਹਦਾ ਕਾਰਨ ਦੱਸੋ। ਵੀ ਜੇ ਉਹਨਾਂ ਦੀ ਇੱਛਾ ਸੀਗੀ ਤੇ ਉਸ ਤੋਂ ਬਾਅਦ ਕੀ ਅੜਿੱਕਾ ਪੈ ਗਿਆ ਵੀ ਨਹੀਂ ਆ ਸਕੇ। ਬੇਨਤੀ ਹੈ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਇਹ ਇਤਿਹਾਸ ਦਾ ਬੜਾ ਅਹਿਮ ਵਰਕ ਹੈ, ਇਹਦੇ ਬਾਰੇ ਚਾਨਣ ਪਾਓ ਜੀ। ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਇਸ ਸਵਾਲ ਦੀ ਇੰਪੋਰਟੈਂਸ ਬਾਰੇ ਆਪ ਜੀ ਨੂੰ ਦੱਸ ਹੀ ਦਿੱਤਾ ਹੈ। ਤੋ ਇਹ ਡਾਕਟਰ ਭੀਮ ਰਾਓ ਅੰਬੇਡਕਰ ਸਨ, ਜਿਹੜੇ ਕਿ ਦਲਿਤ ਸਮਾਜ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਔਰ ਕਿਉਂਕਿ ਇਹਨਾਂ ਨੇ ਆਪਣੇ ਦਲਿਤ ਸਮੂਹ ਦੇ ਵੀ ਲੀਡਰ ਸਨ ਔਰ ਨਾਲ ਹੀ ਬੜੇ ਬਾਹਰੋਂ ਪੜ੍ਹ ਕੇ ਲਿਖ ਕੇ ਬੈਰਿਸਟਰ ਲਾ ਦੇ ਵੀ ਮਾਹਿਰ ਸਨ। ਤੋ ਇਹਨਾਂ ਨੂੰ ਜਿਹੜੀ ਕਾਂਸਟੀਟਿਊਂਟ ਅਸੈਂਬਲੀ ਬਣੀ ਸੀ ਉਹਦੇ ਵੀ ਚੇਅਰਮੈਨ ਇਹਨਾਂ ਨੂੰ ਬਣਾਇਆ ਗਿਆ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਹਿੰਦੁਸਤਾਨ ਦਾ ਜਿਹੜਾ ਕਾਂਸਟੀਟਿਊਸ਼ਨ ਹੈ ਉਸ ਨੂੰ ਬਣਾਉਣ ਦੀ ਕੰਮ ਕਰਨ। ਤੋ ਇਹ ਕਾਂਸਟੀਟਿਊਸ਼ਨ ਵੀ ਉਹਦੇ ਵਾਸਤੇ ਵੀ ਜ਼ਿੰਮੇਵਾਰੀ ਇਹਨਾਂ ਦੀ ਲਗਾਈ ਔਰ ਇਹਨਾਂ ਨੇ ਬਖੂਬੀ ਉਸ ਨੂੰ ਬਣਾਇਆ, ਜਿਸ ਦੇ ਅਨੁਸਾਰ ਕਿ ਹਿੰਦੁਸਤਾਨ ਦਾ ਜਿਹੜਾ ਕਾਰ ਵਿਹਾਰ ਕਾਨੂੰਨੀ ਤੌਰ ਦੇ ਉੱਪਰ ਚੱਲ ਰਿਹਾ। ਤੋ ਅੰਬੇਡਕਰ ਸਾਹਿਬ ਨੇ 1935 ਦੇ ਅੰਦਰ ਇੱਕ ਬੜੀ ਮਸ਼ਹੂਰ ਜਿਹੜੀ ਹੈ ਅਨਾਉਂਸਮੈਂਟ ਕੀਤੀ ਕਿ ਉਹ ਸੀਗੇ ਕਿ ਹਿੰਦੂ ਧਰਮ ਦੇ ਬਦਲ ਦੀ ਭਾਲ ਕਰਨ ਲਈ ਉਹ ਦ੍ਰਿੜ ਸਨ। ਔਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਭਾਵੇਂ ਹਿੰਦੂਆਂ ਦੇ ਵਿੱਚੋਂ ਦਲਿਤ ਸ਼੍ਰੇਣੀ 'ਚੋਂ ਮੈਂ ਪੈਦਾ ਹੋਇਆ, ਲੇਕਿਨ ਮੈਂ ਹਿੰਦੂ ਧਰਮ ਦੇ ਵਿੱਚ ਮਰਾਂਗਾ ਨਹੀਂ, ਮੈਂ ਇਸ ਨੂੰ ਛੇਤੀ ਹੀ ਜਿਹੜਾ ਹੈ ਉਹ ਛੱਡ ਦਿਆਂਗਾ। ਤੋ ਉਹਨਾਂ ਨੇ ਜਿਹੜੀ ਆਪਣੀ 1936 ਦੇ ਆਸ-ਪਾਸ ਅੰਬੇਡਕਰ ਜੀ ਦੇ ਸਿੱਖ ਧਰਮ ਪ੍ਰਤੀ ਜੋ ਉਹਨਾਂ ਦਾ ਝੁਕਾਅ ਸੀ, ਉਸ ਦੇ ਅਸੀਂ ਸਬੂਤ ਦੇਖ ਸਕਦੇ ਹਾਂ ਕਿ ਇਸ ਖਿੱਚ ਦੇ ਕਾਰਨ ਸਨ ਕਿ ਸਿੱਖ ਧਰਮ ਇੱਕ ਭਾਰਤੀ ਧਰਮ ਸੀ ਅਤੇ ਸਮਾਨਤਾਵਾਂ ਦੀਆਂ ਪਰੰਪਰਾਵਾਂ ਵਾਲਾ ਇੱਕ ਧਰਮ ਸੀ, ਜਿਸ ਨੂੰ ਉਹ ਬਹੁਤ ਹੀ ਮਹੱਤਵਪੂਰਨ ਅੰਗ ਸਮਝਦੇ ਸਨ। ਤੇ ਉਸਨੇ ਮਹਿਸੂਸ ਕੀਤਾ ਕਿ ਉਹ ਹਿੰਦੂਆਂ ਨੂੰ ਅਗਰ ਪਰਿਵਰਤਨ ਹੋਣਾ ਚਾਹੁੰਦੇ ਹਨ ਕਿਸੇ ਧਰਮ ਵਿੱਚ, ਤੇ ਬਜਾਏ ਇਸਦੇ ਕਿ ਉਹ ਈਸਾਈਅਤ ਵਾਲੇ ਪਾਸੇ ਜਾਣ ਜਾਂ ਇਸਲਾਮ ਵਾਲੇ ਪਾਸੇ ਜਾਣ, ਤੇ ਉਹ ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਸਿੱਖ ਜਿਹੜਾ ਬਣਨਾ ਉਹ ਮੈਂ ਪਸੰਦ ਕਰਾਂਗਾ। ਤੋ ਇਸ ਗੱਲ ਨੂੰ ਉਹਨਾਂ ਨੇ 1936 ਦੇ ਵਿੱਚ ਜੋ ਹਿੰਦੂ ਮਹਾਸਭਾ ਦੇ ਲੀਡਰ ਸਨ ਡਾਕਟਰ ਮੁੰਜੇ, ਉਹਨਾਂ ਨਾਲ ਵੀ ਇਸ ਦੀ ਸਲਾਹ ਕੀਤੀ ਔਰ ਉਹਦੇ ਨਾਲ ਹੀ MR ਜੈਕਰ, MC ਰਾਜਾ ਅਤੇ ਹੋਰ ਜਿਹੜੇ ਨੇਤਾ ਸਨ, ਉਹਨਾਂ ਨੇ ਵੀ ਡਾਕਟਰ ਅੰਬੇਡਕਰ ਜੀ ਦੀ ਇਸ ਗੱਲ ਦੇ ਨਾਲ ਆਪਣੀ ਸਹਿਮਤੀ ਜਿਹੜੀ ਹੈ ਪ੍ਰਗਟ ਕੀਤੀ ਹੈ। ਪਰ ਇਸ ਗੱਲ ਦੇ ਉੱਪਰ ਮਹਾਤਮਾ ਗਾਂਧੀ ਜਿਹੜੇ ਹਨ ਉਹ ਬਹੁਤ ਜ਼ਿਆਦਾ ਜਿਹੜੇ ਹਨ ਉਹ ਕ੍ਰਿਟੀਕਲ ਹੋ ਗਏ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਅਗਰ ਹਿੰਦੂ ਧਰਮ ਚੋਂ ਜਾਂ ਦਲਿਤਾਂ ਵਿੱਚੋਂ ਨਿਕਲਣਾ ਚਾਹੁੰਦੇ ਹੋ ਤੇ ਤੁਸੀਂ ਜਾਂ ਈਸਾਈਅਤ ਵਾਲੇ ਚਲੇ ਜਾਓ ਤੇ ਜਾਂ ਤੁਸੀਂ ਇਸਲਾਮ ਵਾਲੇ ਪਾਸੇ ਚਲੇ ਜਾਓ, ਲੇਕਿਨ ਸਿੱਖ ਧਰਮ ਵੱਲ ਨਾ ਜਾਣਾ। ਇਹਦਾ ਕੀ ਕਾਰਨ ਸੀ ਕਿ ਉਹਨਾਂ ਦੀ ਕਿਉਂ ਮਤਲਬ ਸਿੱਖ ਧਰਮ ਦੇ ਬਾਰੇ ਐਸੀ ਗੱਲ ਸੀ, ਇਹ ਸਾਡੇ ਸਾਹਮਣੇ ਸਪਸ਼ਟ ਨਹੀਂ ਹੈ। ਲੇਕਿਨ ਉਹ ਜ਼ਰੂਰ ਇਹ ਕਹਿੰਦੇ ਸਨ ਵੀ ਜਿਵੇਂ ਸਿੱਖ ਆਪਣੀ ਡਿਮਾਂਡ ਰੱਖਦੇ ਹਨ ਕਿ ਸਾਨੂੰ ਵੀ ਆਪਣਾ ਅਲੱਗ ਜਿਹੜਾ ਹੈ ਉਹ ਦੇਸ਼ ਚਾਹੀਦਾ। ਤੋ ਇਹ ਨਾ ਹੋਵੇ ਕਿ ਜਿਹੜੇ ਡਾਕਟਰ ਅੰਬੇਡਕਰ ਦੇ ਆਪਣੇ ਨਾਲ ਜਿਹੜੇ 30 ਮਿਲੀਅਨ ਫਾਲੋਅਰ ਹਨ ਉਹ ਵੀ ਜਾ ਕੇ ਸਿੱਖ ਰਲ ਜਾਣ ਤੇ ਸਿੱਖਾਂ ਦੀ ਜਿਹੜੀ ਪਾਵਰ ਜਿਹੜੀ ਸ਼ੇਅਰਿੰਗ ਦੀ ਗੱਲ ਹੈ ਜਾਂ ਉਹਦੇ ਅੰਦਰ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਜਾਏ, ਤੇ ਇਹ ਉਹ ਨਹੀਂ ਸਨ ਚਾਹੁੰਦੇ। ਤੋ ਇਹ ਉਹ ਸਮਾਂ ਸੀ ਅਪ੍ਰੈਲ 1936 ਦਾ, ਜਦੋਂ ਅੰਬੇਡਕਰ ਨੇ ਸਿੱਖ ਮਿਸ਼ਨ ਦੀ ਕਾਨਫਰੰਸ ਲਈ ਅੰਮ੍ਰਿਤਸਰ ਦੇ ਵਿੱਚ ਆਏ ਤੇ ਉਹਨਾਂ ਨੇ ਭਾਰੀ ਭੀੜ ਨੂੰ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਜਿੱਥੇ ਕੇਰਲਾ ਦੇ ਕੁਝ ਦਲਿਤਾਂ ਨੇ ਇਸ ਸਮੇਂ ਸਿੱਖ ਧਰਮ ਅਪਣਾ ਲਿਆ। ਤੋ ਡਾਕਟਰ ਅੰਬੇਡਕਰ ਇਸ ਗੱਲ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉਸ ਵਕਤ ਵੀ ਦੁਬਾਰਾ ਆਪਣਾ ਫੈਸਲਾ ਜਿਹੜਾ ਦੁਹਰਾ ਦਿੱਤਾ ਕਿ ਉਹ ਹਿੰਦੂ ਧਰਮ ਨੂੰ ਤਿਆਗਣਾ ਚਾਹੁੰਦੇ ਹਨ। ਔਰ ਹਾਲਾਂਕਿ ਕਾਨਫਰੰਸ ਵਿੱਚ ਉਹਨਾਂ ਦੀ ਜਿਹੜੀ ਹਾਜ਼ਰੀ ਨੇ, ਜਿਸ ਸੰਸਥਾ ਨੇ ਉਹਨਾਂ ਨੂੰ ਜਾਤ ਪਾਤ ਤੋੜਕ ਮੰਡਲ ਨੇ ਬੁਲਾਇਆ ਸੀ, ਉਹਨਾਂ ਨੇ ਇਸ ਗੱਲ ਨੂੰ ਨਹੀਂ ਠੀਕ ਸਮਝਿਆ ਤੇ ਉਹਨਾਂ ਨੂੰ ਜਿਹੜਾ ਬਾਅਦ ਵਿੱਚ ਦੋਨਾਂ ਦੇ ਅੰਦਰ ਵਿੱਥ ਜਿਹੜੀ ਹੈ ਉਹ ਪੈਦਾ ਹੋ ਗਈ।
ਤੋ ਸਿੱਖਾਂ ਦੀ ਇਹ ਗੱਲ ਉਹਨਾਂ ਨੇ ਆਪਣੇ ਬਿਆਨ ਵਿੱਚ ਵੀ ਕਹੀ ਕਿ ਸਿੱਖਾਂ ਦੀ ਰਾਜਨੀਤਿਕ ਕ੍ਰਾਂਤੀ ਗੁਰੂ ਨਾਨਕ ਦੀ ਅਗਵਾਈ ਵਿੱਚ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਤੋਂ ਪਹਿਲਾਂ ਸੀ। ਉਹਨਾਂ ਨੇ ਮਹਾਰਾਸ਼ਟਰ ਵਿੱਚ ਭਗਤੀ ਲਹਿਰ ਦੇ ਸੁਧਾਰ ਵਜੋਂ ਜੋ ਦੇਖਿਆ ਤੇ ਉਸ ਦੇ ਵਿੱਚ ਦੇਖਿਆ ਕਿ ਜੋ ਸਿੱਖ ਹਨ, ਸਿੱਖੀ ਧਰਮ ਜਿਹੜਾ ਹੈ ਉਸ ਦੇ ਵਿੱਚ ਇਨਕਲਾਬ ਜਿਹੜਾ ਹੈ ਉਹ ਜ਼ਿਆਦਾ ਹੈ, ਲੇਕਿਨ ਭਗਤੀ ਲਹਿਰ ਜਿਹੜੀ ਮਹਾਰਾਸ਼ਟਰ ਦੀ ਸੀ ਉਹਦੇ ਅੰਦਰ ਐਸਾ ਨਹੀਂ ਸੀ। ਤੋ ਅੰਬੇਡਕਰ ਜੀ ਦੀ ਦਲੀਲ ਸੀ ਕਿ ਇੱਕ ਮਨ ਦੀ ਮੁਕਤੀ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਤੋ ਸਿਆਸੀ ਇਨਕਲਾਬ ਹਮੇਸ਼ਾ ਸਮਾਜਿਕ ਅਤੇ ਧਾਰਮਿਕ ਇਨਕਲਾਬਾਂ ਤੋਂ ਪਹਿਲਾਂ ਹੁੰਦਾ ਹੈ। ਤੋ ਇਸ ਲਈ ਉਹਨਾਂ ਨੇ ਸਿੱਖ ਧਰਮ ਨੂੰ ਜਿਹੜੀ ਉਹ ਆਪਣੀ ਪ੍ਰੈਫਰੈਂਸ ਦਿਖਾਈ। ਤੋ ਸਿੱਖ ਧਰਮ ਵੱਲ ਦੇਖਣ ਦੇ ਕਾਰਨਾਂ ਬਾਰੇ ਉਸ ਸਮੇਂ ਅੰਬੇਡਕਰ ਦਾ ਇਹ ਬਿਆਨ ਵੀ ਦਿਲਚਸਪ ਹੈ ਕਿ ਇਹਨਾਂ ਵਿਕਲਪਾਂ ਨੂੰ ਹਿੰਦੂ ਦੇ ਨਜ਼ਰੀਆ ਤੋਂ ਦੇਖਿਆ ਸਭ ਤੋਂ ਵਧੀਆ ਕਿਹੜਾ ਹੈ, ਈਸਾਈਅਤ, ਇਸਲਾਮ ਜਾਂ ਸਿੱਖ? ਸਪਸ਼ਟ ਹੈ ਸਿੱਖ ਧਰਮ। ਜੇਕਰ ਦੱਬੀ ਕੁਚਲੀ ਜਮਾਤ ਇਸਲਾਮ ਜਾਂ ਈਸਾਈਅਤ ਨੂੰ ਅਪਣਾ ਲੈਂਦੀ ਹੈ ਤਾਂ ਉਹ ਨਾ ਸਿਰਫ ਹਿੰਦੂ ਧਰਮ ਤੋਂ ਬਾਹਰ ਹੋ ਜਾਂਦੀ ਹੈ, ਸਗੋਂ ਹਿੰਦੂ ਸੱਭਿਆਚਾਰ ਤੋਂ ਵੀ ਬਾਹਰ ਹੋ ਜਾਂਦੀ ਹੈ। ਤੇ ਦੂਜੇ ਪਾਸੇ ਜੇਕਰ ਉਹ ਸਿੱਖ ਬਣ ਜਾਂਦੇ ਹਨ ਤਾਂ ਉਹ ਭਾਰਤੀ ਸੱਭਿਆਚਾਰ ਦੇ ਹੀ ਅੰਦਰ ਰਹਿਣਗੇ। ਤੋ ਇਸ ਲਈ ਇਸਲਾਮ ਜਾਂ ਈਸਾਈ ਧਰਮ ਵਿੱਚ ਪਰਿਵਰਤਨ ਜਿਹੜਾ ਉਹਨਾਂ ਦਾ ਵਿਚਾਰ ਸੀ ਉਹ ਉਹਨਾਂ ਦੇ ਮਨ ਦੇ ਵਿੱਚੋਂ ਉਹਨਾਂ ਨੇ ਹਮੇਸ਼ਾ ਵਾਸਤੇ ਦੂਰ ਕਰ ਦਿੱਤਾ। ਤੋ ਇਸ ਤੋਂ ਬਾਅਦ ਉਸ ਬਹਿਸ ਦਾ ਇੱਕ ਹਿੱਸਾ ਇਹ ਵੀ ਸੀ ਕਿ ਸਿੱਖ ਧਰਮ ਜਾਂ ਕਿਸੇ ਹੋਰ ਧਰਮ ਵਿੱਚ ਪਰਿਵਰਤਨ ਕਰਨ ਵਾਲੇ ਉਹਨਾਂ ਨੂੰ ਪੂਨਾ ਪੈਕਟ ਅਧੀਨ ਅਨੁਸੂਚਿਤ ਜਾਤੀਆਂ ਵਜੋਂ ਦਿੱਤੇ ਗਏ ਅਧਿਕਾਰਾਂ ਨੂੰ ਬਰਕਰਾਰ ਰੱਖਣਗੇ ਜਾਂ ਨਹੀਂ। ਤੋ ਮੁੰਜੇ ਜੋ ਮਹਾਸਭਾ ਮਹਾਰਾਸ਼ਟਰ ਦੇ ਮੈਂਬਰ ਸਨ, ਇੰਚਾਰਜ ਸਨ, ਉਹਨਾਂ ਨੇ ਸਹਿਮਤੀ ਪ੍ਰਗਟਾਈ ਸੀ ਕਿ ਸਿੱਖ ਧਰਮ ਵਿੱਚ ਪਰਿਵਰਤਨ ਕਰਨ ਵਾਲੇ ਇਹ ਅਧਿਕਾਰ ਬਰਕਰਾਰ ਰੱਖਣਗੇ। ਤੋ ਇਸ ਤਰ੍ਹਾਂ 18 ਸਤੰਬਰ 1936 ਨੂੰ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਦੇ ਇੱਕ ਸਮੂਹ ਨੂੰ ਸਿੱਖ ਧਰਮ ਦਾ ਅਧਿਐਨ ਕਰਨ ਲਈ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨ ਵਿੱਚ ਭੇਜਿਆ। ਇਹ ਉਹਨਾਂ ਦੇ ਸਵਾਗਤ ਤੋਂ ਬੜੇ ਪ੍ਰਭਾਵਿਤ ਹੋਏ, ਜੋ ਸਿੱਖਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਅੰਤ ਵਿੱਚ ਅਸਲ ਇਰਾਦਿਆਂ ਦੇ ਵਿਰੁੱਧ ਅਸਲ ਵਿੱਚ ਸਿੱਖ ਧਰਮ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਅਪਣਾ ਲਿਆ। ਉਹਨਾਂ ਉਦੋਂ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਉਸ ਦਾ ਪ੍ਰਚਾਰ ਵੀ ਕੀਤਾ। 1936 ਵਿੱਚ ਵਿਸਾਖੀ ਵਾਲੇ ਦਿਨ ਅੰਬੇਡਕਰ ਨੇ ਅੰਮ੍ਰਿਤਸਰ ਵਿੱਚ ਆਲ ਇੰਡੀਆ ਸਿੱਖ ਮਿਸ਼ਨ ਕਾਨਫਰੰਸ ਵਿੱਚ ਆਪਣੇ ਪੈਰੋਕਾਰਾਂ ਨਾਲ ਦਸਤਾਰਾਂ ਪਹਿਨ ਕੇ ਹਿੱਸਾ ਲਿਆ ਅਤੇ ਆਪਣੇ ਭਤੀਜੇ ਨੂੰ ਅੰਮ੍ਰਿਤ ਛਕਣ ਵਾਸਤੇ ਖਾਲਸਾ ਸਿੱਖ ਬਣਨ ਲਈ ਉੱਥੇ ਛੱਡ ਵੀ ਦਿੱਤਾ। ਬਾਅਦ ਵਿੱਚ ਅੰਬੇਡਕਰ ਅਤੇ ਸਿੱਖ ਆਗੂ ਜਿਹੜੇ ਹਨ ਉਹ ਇਹਨਾਂ ਗੱਲਾਂ ਦੇ ਉੱਪਰ ਚੱਲਦੇ ਰਹੇ ਔਰ ਵਿਚਾਰ ਵਟਾਂਦਰਾ ਜਿਹੜਾ ਉਹ ਚੱਲਦਾ ਰਿਹਾ। ਲੇਕਿਨ ਇੱਥੇ ਗੱਲ ਇਹ ਬੜੀ ਜ਼ਰੂਰੀ ਦੱਸਣ ਵਾਲੀ ਹੈ ਕਿ ਡਾਕਟਰ ਅੰਬੇਦਕਰ ਦਾ ਇਹ ਜੋ ਵਿਚਾਰ ਸੀ ਇਸ ਬਾਰੇ 7 ਸਤੰਬਰ 1936 ਨੂੰ ਗਾਂਧੀ ਜੀ ਨੇ ਜੁਗਲ ਕਿਸ਼ੋਰ ਬਿਰਲਾ, ਜਿਹੜਾ ਕਿ ਇਹਨਾਂ ਨੂੰ ਆਰਐਸਐਸ ਨੂੰ ਜਾਂ ਇਹਨਾਂ ਨੂੰ ਜਿਹੜੇ ਕਾਂਗਰਸ ਸੀ ਇਹਨਾਂ ਨੂੰ ਵੀ ਜਿਹੜਾ ਹੈ ਉਹ ਪੈਸੇ ਡੋਨੇਸ਼ਨ ਦਿੰਦਾ ਹੁੰਦਾ ਸੀ, ਉਹਨੂੰ ਚਿੱਠੀ ਦੇ ਵਿੱਚ ਇਹ ਗੱਲ ਕਹੀ ਕਿ ਟੁਡੇ ਆਈ ਵਿਲ ਓਨਲੀ ਸੇ that to me Sikhism is a part of Hinduism। ਉਹਨੂੰ ਕਹਿਣਾ ਵੀ ਸਿੱਖੀਜ਼ਮ ਜਿਹੜਾ ਉਹ ਹਿੰਦੂਆਂ ਦਾ ਹਿੱਸਾ ਹੀ ਹੈ, ਪਰ ਸਿਚੁਏਸ਼ਨ ਡਿਫਰੈਂਟ ਹੋਏਗੀ ਲੀਗਲ ਪੁਆਇੰਟ ਆਫ ਵਿਊ ਤੋਂ। ਕਿਉਂ ਕਿ ਡਾਕਟਰ ਅੰਬੇਡਕਰ ਜਿਹੜੇ ਉਹ ਆਪਣਾ ਧਰਮ ਪਰਿਵਰਤਨ ਕਰਨਾ ਚਾਹੁੰਦੇ ਹਨ ਤੇ ਅਗਰ ਉਹ ਸਿੱਖ ਬਣ ਜਾਂਦੇ ਹਨ ਤੇ ਇਹਦਾ ਮਤਲਬ ਕਨਵਰਜਨ ਹੈ। then this kind of conversion on the part of religion is dangerous। ਉਹਨਾਂ ਨੇ ਵਰਡ ਵਰਤਿਆ dangerous। ਸੋ ਅਗਰ ਤੁਸੀਂ ਉਹਨੇ ਇਹ ਗੱਲ ਸ਼ਰਤ ਰੱਖੀ ਕਿ ਜੇ ਤੁਸੀਂ ਸਿੱਖਾਂ ਨੂੰ ਇਹ ਮਨਾ ਲਓ ਕਿ ਉਹ ਸਿੱਖ ਹਿੰਦੂਆਂ ਦਾ ਧਰਮ ਵਿੱਚ ਹਿੱਸਾ ਹਨ ਤੇ ਅਗਰ ਤੁਸੀਂ ਉਹਨਾਂ ਨੂੰ ਕਹੋ ਵੀ ਜਿਹੜਾ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਮਿਲਿਆ ਹੋਇਆ ਹੈ ਉਹਨੂੰ ਉਹ ਤਿਆਗ ਦੇਣ ਤੇ ਫਿਰ ਉਹਨਾਂ ਨੂੰ ਜਿਹੜੇ ਆ ਹਰੀਜਨ ਕਹਿਣ ਦੇ ਜਾਂ ਰਾਮ ਨੂੰ ਜਿਸ ਕਹਿਣ ਦੇ ਸਿੱਖਾਂ ਨੂੰ ਕਹਿਣ ਦੇ ਵਿੱਚ ਉਹਨੂੰ ਕੋਈ ਇਤਰਾਜ਼ ਨਹੀਂ ਹੋਏਗਾ ਤੇ ਉਹ ਆਪਣੇ ਆਪ ਨੂੰ ਸਿਰਫ ਸਿੱਖ ਨਾ ਕਹਿਣ ਜਾਂ ਹਰੀਜਨ ਜਿਹੜੀ ਹੈ ਉਹ ਜਾਤੀ ਦੇ ਵਿੱਚ ਹੀ ਰਹਿਣ। ਪਰ ਜਦੋਂ ਇਹ ਮੇਜਰ ਬੜਾ ਅਡਾਪਟ ਹੋਇਆ ਤਾਂ ਗਾਂਧੀ ਜੀ ਨੇ ਆਪਣਾ ਜਿਹੜਾ ਵਰਤਿਆ ਫਾਸਟ ਅਨਟੂ ਡੈਥ। ਜਦੋਂ ਉਹਨਾਂ ਦੇਖਿਆ ਕਿ ਅੰਬੇਦਕਰ ਬਜਿੱਦ ਹੈ ਕਿ ਉਹਨੇ ਸਿੱਖ ਧਰਮ ਵਿੱਚ ਕਨਵਰਟ ਹੋਣਾ ਹੀ ਹੈ ਤਾਂ ਫਿਰ ਉਹਨੇ ਜਿਹੜਾ ਉਹਨਾਂ ਦਾ ਆਖਰੀ ਜਿਹੜਾ ਹਥਿਆਰ ਹੁੰਦਾ ਹੈ ਉਹ ਸੀਗਾ ਕਿ ਮੈਂ ਮਤਲਬ ਮਰ ਜਾਵਾਂਗਾ ਮੈਂ ਵਰਤ ਰੱਖ ਕੇ। ਤੋ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ। ਪਰ ਸਿੱਖਾਂ ਦੇ ਵਿੱਚ ਔਰ ਉਹਨਾਂ ਦੇ ਵਿੱਚ ਬੜੀ ਨੇੜਤਾ ਵੀ ਵੱਧ ਗਈ ਜਦੋਂ ਸਿੱਖਾਂ ਨੇ ਜੋ ਨਨਕਾਣਾ ਸਾਹਿਬ ਦੇ ਵਿੱਚੋਂ ਕੁਝ ਪੈਸੇ ਸਨ ਫੰਡ ਦੇ ਉਹ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਬੰਬਈ ਦੇ ਵਿੱਚ
ਇੱਕ ਗੁਰਦੁਆਰਾ ਬਣਾਉਣ ਵਾਸਤੇ ਵੀ ਦਿੱਤਾ ਕਿ ਜਿੱਥੇ ਉਹ ਜਿਹੜਾ ਅਗਰ ਕਿਸੇ ਹੋਰ ਜਗ੍ਹਾ ਤੇ ਉੱਪਰੋਂ ਦਿੱਕਤ ਹੁੰਦੀ ਹੈ ਤਾਂ ਦਲਿਤ ਉੱਥੇ ਜਾ ਕਰਕੇ ਆਪਣਾ ਕਨਵਰਟ ਕਰਨ। ਤੇ ਜਿਸ ਵੇਲੇ ਮਹਾਤਮਾ ਗਾਂਧੀ ਨੇ ਇਹ ਉਹਨਾਂ ਨੂੰ ਥ੍ਰੈਟ ਕੀਤਾ ਕਿ ਮੈਂ ਤੇ ਬਿਲਕੁਲ ਹੀ Gandhi threatened to go on a fast unto death if Ambedkar converted to Sikhism, and said it was a dangerous proposal to have Dalits convert to Sikhism unless Sikhs accepted themselves as Hindus, ਤੇ ਜਿਹੜੇ ਕਿ ਸਿੱਖਾਂ ਨੇ ਮਨਾ ਕਰ ਦਿੱਤਾ। ਤੋ ਇਸ ਪ੍ਰੈਸ਼ਰ ਦੇ ਵਿੱਚ ਆ ਕਰਕੇ ਜਿਹੜਾ ਹੈ untimely due to pressure from Gandhi, Ambedkar did not convert to Sikhism despite Sikhism being an egalitarian religion and despite his own interest in Sikhism, which led him to establish Khalsa College in Mumbai. Ambedkar had praised Sikhism in his book Annihilation of Caste 2। ਇਹਦੇ ਕਾਰਨ ਇਹਨਾਂ ਵਿਚਾਰਾਂ ਦੇ ਹੁੰਦਿਆਂ ਵੀ ਸਿਰਫ ਮਹਾਤਮਾ ਗਾਂਧੀ ਨੇ ਜਿਹੜਾ ਵਰਤ ਦਾ ਆਪਣਾ ਜਿਹੜੀ ਗੱਲ ਕੀਤੀ ਸੀ ਉਸ ਕਰਕੇ ਉਹਨਾਂ ਨੂੰ ਜਿਹੜਾ ਹੈ ਇਹ ਸਿੱਖ ਧਰਮ ਦੇ ਵਿੱਚ ਉਹ ਨਹੀਂ ਆ ਸਕੇ, ਕਿਉਂਕਿ ਬ੍ਰਿਟਿਸ਼ਰ ਨੇ ਵੀ ਦੇਖਿਆ ਵੀ ਗਾਂਧੀ ਦੀ ਬੜੀ ਜ਼ਰੂਰਤ ਹੈ, ਤਾਂ ਇਸ ਕਰਕੇ ਉਹਨਾਂ ਨੇ ਵੀ ਪ੍ਰੈਸ਼ਰ ਪਾਇਆ ਤੇ ਅੰਬੇਡਕਰ ਜਿਹੜਾ ਹੀ ਗੇਵ ਅਪ ਹਿਸ ਡਿਸੀਜਨ ਆਫ ਕਨਵਰਟਿੰਗ ਟੂ ਸਿੱਖੀਜ਼ਮ ਔਰ ਉਹਨਾਂ ਨੇ ਬੁੱਧਿਜ਼ਮ ਨੂੰ ਅਡਾਪਟ ਕਰ ਲਿਆ। ਤੋ ਆਸ ਹੈ ਜਿਹਨਾਂ ਸਵਾਲ ਪੁੱਛਿਆ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਹੋਵੇਗੀ। ਵਿਚਾਰ ਕਰਦਾ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਦੋਹਾ ਜੋੜ ਕੇ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤੋ ਵੀਰ ਤੇਜਿੰਦਰ ਸਿੰਘ ਜੀ ਨੇ ਬੜੀ ਅਹਿਮ ਜਿਹੜੀ ਘਟਨਾ ਵਾਪਰੀ ਹੈ ਉਹਦੀ ਵੇਰਵੇ ਸਾਡੇ ਸਾਹਮਣੇ ਰੱਖੇ ਨੇ। ਤੋ ਸੰਗਤ ਜੀ ਜਿਵੇਂ ਵੀਰ ਜੀ ਨੇ ਦੱਸਿਆ ਇਹੋ ਜਿਹੇ ਵਿੱਚ ਰਸਤੇ 'ਚ ਰੁਕਾਵਟਾਂ ਆ ਗਈਆਂ, ਅਦਰਵਾਈਜ਼ ਜੇ ਉਹ ਜੁਆਇਨ ਕਰ ਜਾਂਦੇ ਤਾਂ ਅੱਜ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੋਣੀ ਸੀ। ਪਰ ਚਲੋ ਜੋ ਸਤਿਗੁਰੂ ਨੂੰ ਮਨਜ਼ੂਰ ਹੈ, ਪਰ ਸਵਾਲ ਕਰਤਾ ਨੇ ਸਵਾਲ ਪਾਇਆ ਔਰ ਉਹਦਾ ਜ਼ਰੂਰ ਸਾਨੂੰ ਇਹ ਲਾਭ ਹੈ ਕਿ ਇਹ ਜਿਹੜੀ ਘਟਨਾ ਹੈ ਇਹਦੇ ਬਾਰੇ ਸਾਨੂੰ ਪਤਾ ਲੱਗ ਗਿਆ। ਤੋ ਹੋਰ ਵਿਸਥਾਰ ਵਿੱਚ ਕਦੇ ਮਿਲਣਗੇ ਤੋ ਇਹ ਫਿਰ ਵੀਰ ਜੀ ਸਾਡੇ ਨਾਲ ਸਾਂਝੇ ਕਰਨਗੇ। ਤੋ ਧੰਨਵਾਦ ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਅਗਲਾ ਸਵਾਲ ਜਿਹੜਾ ਹੈ ਉਹ ਗਗਨਪ੍ਰੀਤ ਸਿੰਘ ਜੀ ਇੱਥੋਂ ਬਰੈਂਪਟਨ ਤੋਂ, ਉਹਨਾਂ ਨੇ ਪੁੱਛਿਆ ਵੀ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਮਨਾਉਣਾ ਚਾਹੀਦਾ ਹੈ, ਕਿਉਂਕਿ ਬਾਕੀ ਗੁਰੂ ਸਾਹਿਬਾਨ ਤਾਂ ਉਹਨਾਂ ਦੀ ਜੋਤ ਨੇ ਤੇ ਬਾਕੀ ਗੁਰੂ ਸਾਹਿਬਾਨ ਦੀ ਕੇਵਲ ਗੁਰਗੱਦੀ ਦਿਵਸ ਮਨਾਇਆ ਜਾਏ। ਇਹ ਉਹਨਾਂ ਦੇ ਵਿਚਾਰ ਨੇ। ਤੇ ਉਹਨਾਂ ਨੇ ਪੁੱਛਿਆ ਵੀ ਦੱਸੋ ਇਹ ਕਿੱਦਾਂ, ਬਈ ਤੁਹਾਡੇ ਕੀ ਵਿਚਾਰ? ਤੋ ਭਾਵ ਸਾਡੇ ਵਿਚਾਰ ਦਾ ਮਤਲਬ ਇਹ ਕਹਿੰਦੇ ਸਿੱਖ ਮਿਸ਼ਨਰੀ ਕਾਲਜ ਤੇ ਇਹਦੇ ਬਾਰੇ ਕੀ ਵਿਚਾਰ ਨੇ ਵੀ ਆਇਆ ਜਿਹੜਾ ਪ੍ਰਕਾਸ਼ ਪੁਰਬ ਕੇਵਲ ਗੁਰੂ ਨਾਨਕ ਸਾਹਿਬ ਦਾ ਮਨਾਇਆ ਜਾਏ। ਤੋ ਕੀ ਵਿਚਾਰ ਨੇ ਮੈਂ ਬੇਨਤੀ ਕਰ ਰਿਹਾ ਵੀਰਿੰਦਰਬੀਰ ਸਿੰਘ ਜੀ ਉਹ ਸਾਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਰਾਜਾ ਸਿੰਘ ਜੀ ਨੇ ਆਪ ਜੀਆਂ ਨੂੰ ਸਵਾਲ ਦੇ ਬਾਰੇ ਕਲੀਅਰ ਕੀਤਾ ਹੈ ਕਿ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾਏ, ਤੇ ਸੰਗਤ ਜੀ ਇਸ ਸਵਾਲ ਦਾ ਜਵਾਬ ਦੇਣ ਲਈ ਦਾਸ ਨੇ ਜੋ ਪੈਨਲ ਦੇ ਨਾਲ ਤਿਆਰੀ ਕੀਤੀ ਉਸ ਮੁਤਾਬਕ ਆਪ ਜੀਆਂ ਦੇ ਨਾਲ ਰੂਬਰੂ ਹੋ ਰਹੇ ਹਾਂ। ਗੁਰੂ ਸਾਹਿਬਾਨ ਸਿੱਖਾਂ ਲਈ ਮਾਰਗਦਰਸ਼ਕ ਹਨ ਤੇ ਉਹਨਾਂ ਦੇ ਜੀਵਨ, ਸ਼ਖਸੀਅਤ ਤੇ ਉਪਦੇਸ਼ ਤੋਂ ਸੇਧ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਹੀ ਹਰ ਸਿੱਖ ਦਾ ਉਦੇਸ਼ ਹੋਣਾ ਚਾਹੀਦਾ ਹੈ। ਤੇ ਗੁਰਬਾਣੀ ਦੇ ਮੁਤਾਬਕ ਦਰਅਸਲ ਸਤਿਗੁਰੂ ਗੁਰੂਆਂ ਦੀ ਸਾਖੀਆਂ ਤਾਂ ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਅਤੇ ਗੁਰਸਾਖੀਆਂ ਉਪਦੇਸ਼ ਦੀ ਬਰਕਤ ਨਾਲ ਸਿੱਖ ਉਹਨਾਂ ਗੱਲਾਂ ਵਿੱਚ ਯਕੀਨ ਲਿਆਉਂਦੇ ਹਨ ਅਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ। ਤੇ ਸਾਨੂੰ ਗੁਰਬਾਣੀ ਤੋਂ ਸੇਧ ਮਿਲਦੀ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇਨ। ਸੋ ਗੁਰੂ ਸਾਹਿਬਾਨ ਨਾਲ ਸੰਬੰਧਿਤ ਦਿਹਾੜਿਆਂ ਨੂੰ ਸਿੱਖ ਇਤਿਹਾਸ ਵਿੱਚ ਗੁਰਪੁਰਬ ਆ ਕੇ ਸਤਿਕਾਰਿਆ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਅੰਦਰ ਗੁਰਪੁਰਬ ਦੀ ਪਰਿਭਾਸ਼ਾ ਇਸ ਤਰ੍ਹਾਂ ਲਿਖਦੇ ਹਨ, ਉਹ ਤਿਉਹਾਰ ਜਿਸ ਦਾ ਗੁਰੂ ਨਾਲ ਸੰਬੰਧ ਹੋਵੇ, ਗੁਰੂ ਸੰਬੰਧੀ ਮੰਗਲ ਦਿਨ। ਸੋ ਇਸ ਤਰ੍ਹਾਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਰੇ ਦਿਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਆਗਮਨ ਪੁਰਬ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਵੀ ਲਿਖਿਆ ਜਾਂਦਾ ਹੈ, ਗੁਰੂ ਸਾਹਿਬਾਨ ਦੇ ਗੁਰਤਾ ਗਦੀ
ਦਿਵਸ ਬਗੈਰ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਨੂੰ ਧੁਰ ਤੋਂ ਹੀ ਗੁਰਤਾ ਪ੍ਰਾਪਤ ਸੀ। ਗੁਰੂ ਸਾਹਿਬਾਨ ਦੇ ਜੋਤੀ ਜੋਤ ਤੇ ਸ਼ਹੀਦੀ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼, ਸੰਪੂਰਨਤਾ ਦਿਵਸ ਅਤੇ ਗੁਰਗੱਦੀ ਦਿਵਸ, ਇਹ ਸਿੱਖਾਂ ਦੇ ਗੁਰਪੁਰਬਾਂ ਦੀ ਸੂਚੀ ਦੇ ਵਿੱਚ ਸ਼ਾਮਲ। ਤੇ ਇਹ ਸਿੱਖਾਂ ਦੇ ਗੁਰਪੁਰਬ ਹਨ ਤੇ ਆਪਣੀ ਪਨੀਰੀ ਭਾਉ ਸਿੱਖ ਬੱਚਿਆਂ ਨੂੰ, ਸਿੱਖ ਸੰਗਤਾਂ ਨੂੰ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਉਦੇਸ਼ ਨਾਲ ਸਾਨੂੰ ਇਹ ਸਾਰੇ ਹੀ ਗੁਰਪੁਰਬ ਜਿਹੜੇ ਹਨ ਉਹ ਵੱਧ ਚੜ ਕੇ ਮਨਾਉਣੇ ਚਾਹੀਦੇ ਹਨ। ਬੇਸ਼ੱਕ ਬਹੁਤੇ ਸ਼ਹਿਰਾਂ ਦੇ ਵਿੱਚ ਕੁਝ 94 ਗੁਰਪੁਰਬ ਹੀ ਮਨਾਏ ਜਾਂਦੇ ਹਨ ਤੇ ਵੱਡੇ ਪੱਧਰ ਤੇ ਇਹ 94 ਗੁਰਪੁਰਬ ਉੱਥੇ ਮਨਾਏ ਜਾਂਦੇ। ਵੈਸੇ ਜੇ ਅਸੀਂ ਗੁਰਬਾਣੀ ਦੇ ਪੱਖ ਤੋਂ ਦੇਖੀਏ ਤਾਂ ਗੁਰਬਾਣੀ ਵਿੱਚ ਹਰ ਉਹ ਦਿਨ ਹੀ ਸੋਹਣਾ ਦੱਸਿਆ ਗਿਆ ਹੈ ਜਿਸ ਵਿੱਚ ਸਤਿਗੁਰੂਆਂ ਦੇ ਉਪਦੇਸ਼ ਲੈ ਕੇ ਰੱਬੀ ਗੁਣਾਂ ਨੂੰ ਯਾਦ ਕੀਤਾ ਜਾਂਦਾ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਸੋ ਸੰਗਤ ਜੀ, ਗੁਰਬਾਣੀ ਦੀਆਂ ਸੇਧਾਂ ਮੁਤਾਬਕ ਗੁਰਪੁਰਬ ਮਨਾਉਣ ਦਾ ਉਦੇਸ਼ ਪੁੱਤ ਸਪੁੱਤ ਕਰੇਨ ਜਾਂ ਸਤਿਗੁਰ ਭਾਵੈ ਸੋ ਮੰਨ ਲੈਣ ਵਾਲਾ ਹੀ ਹੋਣਾ ਚਾਹੀਦਾ ਅਤੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਮੁੱਖ ਨਿਸ਼ਾਨਾ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਚਾਰਨ ਦਾ ਹੀ ਹੋਵੇ। ਖਿਮਾ ਕਰਨਾ, ਇਹ ਸ਼ਬਦ ਦਾਸ ਵਰਤ ਰਿਹਾ ਹੈ ਕਿ ਗੁਰਪੁਰਬ ਮਨਾਉਣੇ ਅੱਜ ਕੱਲ੍ਹ ਇੱਕ ਵਪਾਰ ਬਣ ਗਿਆ ਹੈ, ਕਿਉਂਕਿ ਜਦ ਅਸੀਂ ਦੇਖਦੇ ਹਾਂ ਪ੍ਰਬੰਧਕ ਵੀਰਾਂ ਦਾ ਉਦੇਸ਼ ਵੱਡੇ ਵੱਡੇ ਟੈਂਟ ਲਗਾ ਕੇ ਦੀਵਾਨ ਹਾਲ ਸਜਾਉਣ ਦਾ, ਮਹਿੰਗੀਆਂ ਲਾਈਟਾਂ ਲਾ ਕੇ, ਫੁੱਲਾਂ ਦੀ ਸਜਾਵਟ ਕਰਾ ਕੇ, ਆਤਿਸ਼ਬਾਜ਼ੀਆਂ ਅਤੇ ਵੱਡੇ ਵੱਡੇ ਨਗਰ ਕੀਰਤਨ ਕੱਢਣ ਵੱਲ ਹੀ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਲੰਗਰਾਂ ਦੇ ਵਿੱਚ ਵਾਧੂ ਆਈਟਮਸ ਤਿਆਰ ਕਰਕੇ ਸੰਗਤਾਂ ਨੂੰ ਲੰਗਰ ਛਕਾਉਣੇ ਅਤੇ ਵੱਡੇ ਵੱਡੇ ਸਟਾਲ ਦਾ ਆਯੋਜਨ ਕਰਕੇ ਇੱਕ ਵੱਡੀ ਮਾਤਰਾ ਦੇ ਵਿੱਚ ਮਾਇਆ ਜਿਹੜੀ ਹੈ ਉਹ ਲੰਗਰਾਂ ਦੇ ਲਈ ਇਕੱਤਰ ਕਰਨ ਦਾ ਉਦੇਸ਼ ਜਿਹੜਾ ਹੈ ਉਹ ਉਹਨਾਂ ਲੋਕਾਂ ਦਾ ਜਿਹੜੇ ਲੰਗਰਾਂ ਦੇ ਵੱਲ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਆਪਣਾ ਨਿਸ਼ਾਨਾ ਗੁਰਪੁਰਬਾਂ ਨੂੰ ਲੈ ਕੇ ਰੱਖਦੇ ਹਨ। ਸੋ ਜਿਨ੍ਹਾਂ ਕਾਰਜਾਂ ਲਈ ਐਸੇ ਮੌਕਿਆਂ ਤੇ ਲੱਖਾਂ ਰੁਪਏ ਖਰਚ ਕਰਕੇ ਕੇਵਲ ਇੱਕ ਦੋ ਗੁਰਪੁਰਬ ਹੀ ਮਨਾਏ ਜਾਂਦੇ ਹਨ, ਜੇ ਉਹਨਾਂ ਦਾ ਅਸੀਂ ਨਤੀਜਾ ਵੇਖਦੇ ਹਾਂ, ਫਲ ਦੇਖਦੇ ਹਾਂ ਤੇ ਤਕਰੀਬਨ ਉਹ ਜ਼ੀਰੋ ਹੀ ਨਿਕਲਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਇਹਨਾਂ ਗੁਰਪੁਰਬਾਂ ਤੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਕੇ ਬੱਚਿਆਂ ਨੂੰ, ਨੌਜਵਾਨਾਂ ਨੂੰ ਗੁਰਮਤਿ ਸਿਧਾਂਤ ਦ੍ਰਿੜ ਕਰਵਾਏ ਜਾਣ। ਇਸ ਦੇ ਉਦੇਸ਼ ਨਾਲ ਵੱਡੇ ਸੈਮੀਨਾਰ ਉਲੀਕੇ ਜਾਣ ਜਾਂ ਸਮਾਜਿਕ ਬੁਰਾਈਆਂ ਨੂੰ ਜਿਹਨਾਂ ਤੋਂ ਦੂਰ ਰੱਖਣ ਲਈ ਗੁਰੂ ਸਾਹਿਬਾਨ ਨੇ ਇਨਕਲਾਬੀ ਪ੍ਰਚਾਰ ਕੀਤਾ, ਇਨਕਲਾਬੀ ਸੇਧਾਂ ਗੁਰਬਾਣੀ ਦੇ ਵਿੱਚ ਦਿੱਤੀਆਂ, ਉਹਨਾਂ ਦੀ ਰੋਸ਼ਨਾਈ ਦੇ ਵਿੱਚ ਸੰਗਤਾਂ ਨੂੰ ਉਹਨਾਂ ਤੋਂ ਜਾਗਰੂਕ ਕਰਵਾਇਆ ਜਾਵੇ ਇਹਨਾਂ ਗੁਰਪੁਰਬਾਂ ਦੇ ਨਿਸ਼ਾਨੇ ਨੂੰ ਲੈ ਕੇ। ਅਤੇ ਇਸ ਤਰ੍ਹਾਂ ਦੀ ਇੱਕ ਵੱਡੀ ਮੁਹਿੰਮ ਜਿਹੜੀ ਹੈ ਨਸ਼ਿਆਂ ਦੇ ਵਿਰੁੱਧ, ਇਹ ਆਰੰਭ ਕਰ ਦਿੱਤੀ ਜਾ ਸਕਦੀ ਹੈ। ਧਾਰਮਿਕ ਕਰਮਕਾਂਡਾਂ ਤੋਂ ਬਚਣ ਲਈ ਅਤੇ ਅੰਧ ਵਿਸ਼ਵਾਸਾਂ ਦੇ ਖਿਲਾਫ ਜੋ ਗੁਰੂ ਸਾਹਿਬਾਨ ਨੇ ਮੁਹਿੰਮ ਛੇੜੀ, ਉਸ ਨੂੰ ਵੀ ਅਸੀਂ ਸੰਗਤ ਦੇ ਵਿੱਚ ਇਹਨਾਂ ਗੁਰਪੁਰਬਾਂ ਦਾ ਆਧਾਰ ਲੈ ਕੇ ਸੰਗਤ ਨੂੰ ਜਾਗਰੂਕ ਕਰਵਾਇਆ ਜਾ ਸਕਦਾ ਹੈ। ਜਾਂ ਸਮਾਜ ਸੇਵਾ ਬਾਰੇ ਇਨਕਲਾਬੀ ਪਰਿਵਰਤਨ ਲਿਆਉਣ ਵਾਲੇ ਸਿੱਖੀ ਸਿਧਾਂਤ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਕੇ ਇੱਕ ਇਨਕਲਾਬੀ ਤਬਦੀਲੀ ਜਿਹੜੀ ਹੈ ਉਹ ਸਮਾਜ ਦੇ ਵਿੱਚ ਲਿਆਉਣ ਦੇ ਵਿੱਚ ਸਾਨੂੰ ਕਾਫੀ ਸਫਲਤਾ ਪ੍ਰਾਪਤ ਹੋ ਸਕਦੀ। ਤਾਂ ਸੰਗਤ ਜੀਓ, ਜੇ ਇਸ ਉਦੇਸ਼ ਨਾਲ ਅਸੀਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਤਕਰੀਬਨ 30 ਤੋਂ ਵੀ ਵੱਧ ਗੁਰਪੁਰਬ ਹਰ ਸਾਲ ਮਨਾਈਏ ਤਾਂ ਸਿੱਖੀ ਪ੍ਰਚਾਰ ਲਈ ਉਹ ਵੀ ਥੋੜੇ ਪੈ ਜਾਣਗੇ। ਪਰ ਲੱਖਾਂ ਰੁਪਏ ਖਰਚ ਕੇ ਜੇ ਕੇਵਲ ਤੇ ਕੇਵਲ ਦਿਖਾਵੇ ਦੇ ਉਦੇਸ਼ ਦੇ ਨਾਲ, ਸਜਾਵਟਾਂ ਦੇ ਉਦੇਸ਼ ਦੇ ਨਾਲ ਅਸੀਂ ਕੇਵਲ ਇੱਕ ਦੋ ਗੁਰਪੁਰਬ ਹੀ ਮਨਾਈਏ ਤਾਂ ਉਹ ਵੀ ਭਾਰੀ ਹੀ ਪੈ ਜਾਂਦੇ। ਸੋ ਆਸ ਹੈ ਜਿਸ ਵੀਰ ਨੇ ਇਹ ਸਵਾਲ ਜਿਹੜਾ ਪੁੱਛਿਆ ਹੋਵੇਗਾ ਉਹਨਾਂ ਨੂੰ ਇਹ ਆਪਣਾ ਜਵਾਬ ਜਿਹੜਾ ਇਸ ਵਿੱਚ ਮਿਲਿਆ ਹੋਵੇਗਾ ਕਿ ਜਿਹੜੇ ਗੁਰਪੁਰਬ ਹਨ ਉਸ ਤਰ੍ਹਾਂ ਸਮਝਣਾ ਕਿ ਸਾਡੇ ਗੁਰਪੁਰਬ ਅਸੀਂ ਕਿਸ ਨੂੰ ਆਖਦੇ ਹਾਂ, ਕਿੰਨੇ ਗੁਰਪੁਰਬ ਹਨ ਤੇ ਸਾਰੇ ਹੀ ਗੁਰਪੁਰਬ ਇਸ ਉਦੇਸ਼ ਨਾਲ ਮਨਾਉਣੇ ਚਾਹੀਦੇ ਹਨ। ਸੋ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਵੀਰ ਜੀ ਲੈਣਾ ਚਾਹਣ ਤਾਂ ਉਹ ਜ਼ਰੂਰ ਪੁੱਛ ਸਕਦੇ ਹਨ, ਜਾਂ ਹੋਰ ਕਿਸੇ ਵੀਰ ਨੂੰ ਇਸ ਬਾਰੇ ਕੋਈ ਸੇਧ ਅਗਰ ਦੇਣੀ ਹੋਵੇ ਤਾਂ ਆਪ ਜੀ ਜ਼ਰੂਰ ਦੇ ਸਕਦੇ ਹੋ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो जिस तरह वीर जी ने दसिया, असल मुद्दा तो होना चाहिए कि गुरपुरब मना के ਉਹਦੀ आउटपुट की ते जिस तरह ਅੱਜ ਚੱਲ ਰਿਹਾ ਵੀਰ ਜੀ ਨੇ ਦੱਸਿਆ ਔਰ ਬੜੇ ਦਰਦ ਦੀ ਗੱਲ ਹੈ ਕਿ ਇੰਨੇ ਕੌਮ ਦਾ ਪੈਸਾ ਲਗਾ ਕੇ
ਆਊਟਪੁੱਟ ਕੁਝ ਵੀ ਨਹੀਂ। ਔਰ ਆਊਟਪੁੱਟ ਕੀ ਹੈ? ਨੈਗੇਟਿਵ ਆਊਟਪੁੱਟ ਬਹੁਤ ਹੈ। ਨਸ਼ਿਆਂ ਦਾ ਪ੍ਰਕੋਪ ਵੱਧ ਰਿਹਾ ਹੈ, ਪਤਤਪੁਣੇ ਦਾ ਪ੍ਰਕੋਪ ਵੱਧ ਰਿਹਾ ਹੈ। ਲੋਕੀ ਸਾਡੀ ਆਪਣੀ ਸਮਾਜ ਦੀ ਗੱਲ ਕਰੀ, ਸਿੱਖ ਸਮਾਜ ਦੀ, ਆਉਣ ਵਾਲੀਆਂ ਪੀੜ੍ਹੀਆਂ ਕਿੰਨੀਆਂ ਕੁ ਨਾਲ ਜੁੜ ਰਹੀਆਂ ਨੇ, ਕਿੰਨੀਆਂ ਕੁ ਟੁੱਟ ਰਹੀਆਂ ਨੇ, ਕਿਸੇ ਤੋਂ ਲੁਕੀ ਨਹੀਂ। ਪਰ ਸੰਗਤ ਜੀ, ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਾਂ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਨੂੰ ਜਿਹੜਾ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਨੇ। ਹੁਣ ਜਿਹੜੀਆਂ ਚੀਜ਼ਾਂ ਤੇ ਜ਼ੋਰ ਦਿੱਤਾ ਜਾ ਰਿਹਾ, ਜਿਵੇਂ ਵੀਰ ਜੀ ਨੇ ਦੱਸਿਆ ਕਿ ਗੁਰਪੁਰਬ ਜਿਹੜਾ ਮਨਾਓ, ਉਹਦੀ ਆਊਟਪੁੱਟ ਕੀ ਨਿਕਲਦੀ ਹੈ। ਪਰ ਗੁਰਪੁਰਬ ਜਿਹੜੇ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਜਾਂ ਗੁਰਿਆਈ ਪੁਰਬ, ਉਹਨਾਂ ਨਾਲੋਂ ਜ਼ਿਆਦਾ ਉਤਸ਼ਾਹ ਦੇਖਣ 'ਚ ਮਿਲਦਾ ਹੈ ਕਿ ਸੰਗਰਾਂਦ ਹੈ ਜੀ, ਮੱਸਿਆ ਜੀ, ਪੂਰਨਮਾਸ਼ੀ ਹੈ ਜੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਚੱਲਦੇ ਆ, ਕਈਆਂ ਗੁਰਦੁਆਰਿਆਂ 'ਚ 10ਵੀਂ ਤੇ 5ਵੀਂ ਵੀ ਲਿਖਿਆ ਜਾਂਦਾ। ਹਾਲਾਂਕਿ ਇਹਨਾਂ ਦਾ ਕੋਈ ਕਿਸੇ ਕਿਸਮ ਨਾਲ ਕੋਈ ਤਲਕ ਹੀ ਨਹੀਂ ਹੈ। ਸੰਗਰਾਂਦ ਲਫ਼ਜ਼ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ। ਤੋ ਸੰਗਰਾਂਦ ਹੋਏ, ਪੂਰਨਮਾਸ਼ੀ ਹੋਵੇ, ਮੱਸਿਆ ਹੋਵੇ, ਇਹ ਤਾਂ ਇੱਕ ਰੁੱਤ ਦੀ ਚੇਂਜ ਹੈ, ਜੋ ਵੀ ਹੈ, ਉਹਦਾ ਕੋਈ ਸਾਨੂੰ ਮਤਲਬ ਵੀ ਧਾਰਮਿਕ ਅਕੀਦੇ ਨਾਲ ਨਹੀਂ। ਲੋੜ ਤਾਂ ਹੈ ਗੁਰਬਾਣੀ ਨਾਲ ਜੁੜਨ ਦੀ। ਤੋ ਗੁਰਪੁਰਬ ਮਨਾਉਣੇ ਸਫਲ ਨੇ, ਕਿਉਂਕਿ ਇਹ ਇੱਕ ਸਾਡਾ ਬੜਾ ਉਤਸ਼ਾਹ ਦਾ ਸਮਾਂ ਹੁੰਦਾ ਹੈ, ਉਹਦੇ ਜੇ ਆਪਾਂ ਗੁਰਬਾਣੀ ਨਾਲ ਜੁੜੀਏ। ਪਰ ਮੈਂ ਜਿਹੜੀ ਗੱਲ ਕਹੀ ਹੈ, ਮੈਂ ਰਿਪੀਟ ਕਰ ਰਿਹਾ ਕਿ ਜੋ ਮੇਰਾ ਤਜਰਬਾ ਦੇਖਣ 'ਚ, ਕਿ ਜਿੰਨਾ ਸੰਗਰਾਂਦ ਦਾ ਲੋਕਾਂ ਨੂੰ ਉਤਸ਼ਾਹ ਹੈ, ਕਿਉਂਕਿ ਹੁਣ ਤਾਂ WhatsApp ਬੜੇ ਆਉਂਦੇ ਨੇ। ਇਹ ਸੰਗਰਾਂਦ ਦੇ ਦਿਨ ਕੱਲ੍ਹ ਹੀ ਪਤਾ ਨਹੀਂ ਕਿੰਨੇ ਹੀ WhatsApp ਆਏ ਨੇ, ਸੰਗਰਾਂਦ ਦੀਆਂ ਵਧਾਈਆਂ ਜੀ। ਮੈਂ ਬੜਿਆਂ ਨੂੰ ਲਿਖਿਆ, ਜਿਹੜੀ ਤੁਕਵੀਰ ਜੀ ਨੇ ਬੋਲੀ, ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾਵੈ ਚਿਤ, ਉਹ ਲਿਖ ਕੇ ਵਾਪਸ ਭੇਜਿਆ। ਪਰ ਹਰ ਮਹੀਨੇ ਉਸੇ ਤਰ੍ਹਾਂ ਰਿਪੀਟ ਹੋ ਰਿਹਾ। ਤੋ ਇਹ ਮਤਲਬ ਹੈ ਵੀ ਅਸੀਂ ਕਿਸ ਪਾਸੇ ਚੱਲ ਰਹੇ ਹਾਂ, ਇਹ ਸੋਚਣ ਦੀ ਲੋੜ ਹੈ। ਵੀਰ ਇੰਦਰਵੀਰ ਸਿੰਘ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਸਮਾਂ ਦੌੜ ਰਿਹਾ, ਇੱਕ ਸਵਾਲ ਹੋਰ ਲੈ ਸਕਾਂਗੇ। ਉਹ ਸਵਾਲ ਵੀਰ ਰਜਿੰਦਰਵੀਰ ਸਿੰਘ ਜੀ ਦਾ ਸੀਗਾ। ਉਹਨਾਂ ਨੇ ਪੁੱਛਿਆ ਸੀ ਵੀ ਕਿਆ ਜਿਸ ਤਰ੍ਹਾਂ ਇੱਕ ਗੱਲ ਕਹੀ ਜਾਂਦੀ ਕਿਤੇ ਕਿਤੇ, ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦਾਂ ਨੂੰ ਸਾੜਿਆ ਸੀ, ਵੀ ਆਇਆ ਐਕਚੁਅਲ ਸਾੜਿਆ ਗਿਆ ਜਾਂ ਇਹ ਕੀ ਭਾਣਾ ਕੀ ਹੈ? ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਦੱਸਣਗੇ। ਵੀਰ ਪ੍ਰਭ ਕੀਰਤਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਇਹ ਜੋ ਸਵਾਲ ਵੀਰ ਜੀ ਨੇ ਪੁੱਛਿਆ ਹੈ, ਇਹ ਸਾਡੇ ਆਮ ਪ੍ਰਚਲਿਤ ਕਥਾ, ਬਹੁਤ ਸਾਰੇ ਕਥਾਕਾਰ ਵੀ ਸਾਨੂੰ ਸੁਣਾਦੇ ਹੁੰਦੇ ਹਨ। ਤੇ ਲੇਕਿਨ ਇਹਨੂੰ ਅਗਰ ਅਸੀਂ ਸਮਝਣਾ ਹੈ ਤਾਂ ਸਾਨੂੰ ਇਹਦੀ ਥੋੜੀ ਵਿਸਥਾਰ ਦੇ ਵਿੱਚ ਜਾਣਾ ਪਏਗਾ। ਸਭ ਤੋਂ ਪਹਿਲਾਂ ਇਹ ਤਾਂ ਇੱਕ ਇਤਿਹਾਸਕ ਸੱਚਾਈ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਮਸੰਦ ਪ੍ਰਥਾ ਬੰਦ ਕੀਤੀ ਗਈ ਸੀ। ਤੇ ਇਤਿਹਾਸ ਵਿੱਚ ਜਦੋਂ ਸਾਨੂੰ ਮਸੰਦਾਂ ਦੀ ਪ੍ਰਥਾ ਬੰਦ ਕਰਨ ਦਾ ਸਮਾਂ ਦੱਸਿਆ ਜਾਂਦਾ, ਉਹ ਤਕਰੀਬਨ ਖਾਲਸਾ ਸਾਜਨਾ ਸਮੇਂ ਦੇ ਜਾਂ ਤਾਂ ਉਹੀ ਦੱਸਿਆ ਗਿਆ ਜਾਂ ਬਿਲਕੁਲ ਨੇੜੇ ਦਾ ਦੱਸਿਆ ਗਿਆ। ਤੋ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਦੋਵੇਂ ਘਟਨਾਵਾਂ ਇਕੱਠੀਆਂ ਜਾਂ ਨੇੜੇ ਤੇੜੇ ਕਿਉਂ ਵਾਪਰੀਆਂ। ਦੂਜਾ ਇਹ ਹੈ ਕਿ ਅਸੀਂ ਜਿਵੇਂ ਪਿੱਛੇ ਕੁਝ ਸਮੇਂ ਤੋਂ ਵਿਚਾਰ ਕਰ ਰਹੇ ਸੀ, ਕਵੀ ਸੈਨਾ ਸਿੰਘ, ਜਿਨ੍ਹਾਂ ਦਾ ਮਸ਼ਹੂਰ ਉਪਨਾਮ ਜਿਹੜਾ ਸੈਨਾਪਤ ਹੈ, ਉਹਨਾਂ ਨੇ 1701 ਭਾਵ ਖਾਲਸਾ ਸਾਜਨਾ ਤੋਂ 2 ਸਾਲ ਬਾਅਦ ਆਪਣੀ ਰਚਨਾ ਸ੍ਰੀ ਗੁਰ ਸੋਭਾ ਲਿਖਣੀ ਸ਼ੁਰੂ ਕੀਤੀ। ਤੇ ਆਮ ਮੰਨਿਆ ਜਾਂਦਾ ਹੈ ਕਿ 1711 ਤੱਕ ਇਹ ਰਚਨਾ ਸੰਪੂਰਨ ਹੋ ਗਈ ਸੀ। ਤੋ ਸੈਨਾ ਸਿੰਘ ਜੀ ਜਿਹੜੇ ਸਾਨੂੰ 10ਵੇਂ ਪਾਤਸ਼ਾਹ ਦੇ ਹਜ਼ੂਰੀ ਕਵੀ ਸਨ, ਸਮਕਾਲੀ ਸਨ, ਉਹਨਾਂ ਦੇ ਦਰਬਾਰ ਵਿੱਚ ਹੀ ਸਨ। ਤੇ ਵਿਦਵਾਨ ਇਹ ਗੱਲ ਨੂੰ ਮੰਨਦੇ ਹਨ ਕਿ ਜਦੋਂ ਖਾਲਸਾ ਸਾਜਨਾ ਦਾ ਸਮਾਂ ਆਇਆ ਸੀ, ਇਹ ਕੌਤਕ ਵਰਤਿਆ ਸੀ, ਉਦੋਂ ਕਵੀ ਜੀ ਆਪ ਉੱਥੇ ਹਾਜ਼ਰ ਸਨ। ਤੇ ਵਿਦਵਾਨ ਇਹਨਾਂ ਨੂੰ ਆਪਣੇ ਉਸ ਸਮੇਂ ਦੇ ਚਸ਼ਮਦੀਦ ਮੰਨਦੇ ਹਨ। ਤਾਂ ਕਵੀ ਜੀ ਨੇ ਆਪਣੀ ਰਚਨਾ ਦੇ ਵਿੱਚ ਬਾਰ-ਬਾਰ ਇਹ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਖਾਲਸੇ ਨੂੰ ਮਸੰਦਾਂ ਨੂੰ ਛੱਡ ਦੇਣ ਦਾ ਹੁਕਮ ਕੀਤਾ ਸੀ। ਇੱਥੋਂ ਤੱਕ ਕਿ ਆਪ ਦੇ ਕਹਿਣ ਮੁਤਾਬਕ ਖਾਲਸੇ ਦਾ ਇੱਕ ਵੱਡਾ ਲੱਛਣ ਮਸੰਦਾਂ ਦਾ ਤਿਆਗ ਹੀ ਹੈ, ਅਤੇ ਇਸ ਗੱਲ ਦਾ ਹੁਕਮ ਸਤਿਗੁਰੂ ਜੀ ਵੱਲੋਂ ਬਾਰ-ਬਾਰ ਕੀਤਾ ਗਿਆ। ਪਰ ਕਵੀ ਜੀ ਨੇ ਮਸੰਦਾਂ ਦੇ ਛੱਡਣ ਦੇ ਬਾਰ-ਬਾਰ ਹੁਕਮ ਦੱਸਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਪੂਰੀ ਪੁਸਤਕ ਦੇ ਵਿੱਚ ਕਿਤੇ ਵੀ ਮਸੰਦਾਂ ਨੂੰ ਛੱਡਣ ਦਾ ਜਿਹੜਾ ਇਹ ਕਾਰਨ ਆਮ ਸਾਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਬੇਈਮਾਨੀ ਕੀਤੀ ਜਾ ਰਹੀ ਸੀ, ਜਾਂ ਉਹਨਾਂ ਦਾ ਚਰਿੱਤਰ ਠੀਕ ਨਹੀਂ ਸੀ, ਜਾਂ ਹੰਕਾਰੀ ਸਨ, ਇਹੋ ਜਿਹੀ ਉਹਨਾਂ ਨੇ ਕੋਈ ਗੱਲ ਆਪਣੀ ਰਚਨਾ ਦੇ ਵਿੱਚ ਨਹੀਂ। ਇਹ ਜਿਹੜੀ ਸਾਖੀ ਹੈ ਕਿ ਜਿਹੜੇ ਮਸੰਦ ਸਨ ਉਹ ਹੰਕਾਰੀ ਹੋ ਗਏ ਸਨ, ਬੇਈਮਾਨ ਹੋ ਗਏ ਸਨ, ਤੇ ਚਰਿੱਤਰਹੀਨ ਵੀ ਹੋ ਗਏ ਸਨ। ਇਹ ਸਭ ਤੋਂ ਪਹਿਲਾਂ ਸਾਨੂੰ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਜਿਹੜਾ
ਭਾਈ ਸੁੱਖਾ ਸਿੰਘ ਜੀ ਨੇ ਲਿਖਿਆ ਸੀ, ਉਹਦੇ ਵਿੱਚ ਸਭ ਤੋਂ ਪਹਿਲਾਂ ਮਿਲਦੀ ਹੈ। ਇਹਦੇ ਅਨੁਸਾਰ ਸਤਿਗੁਰੂ ਜੀ ਕੋਲ ਜਦੋਂ ਮਸੰਦਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਤਾਂ ਉਹਨਾਂ ਨੂੰ ਇਹ ਗੱਲ ਦੀ ਮਤਲਬ ਇਸ ਗੱਲ ਦਾ ਪਤਾ ਲੱਗਾ ਜਾਂ ਇਸ ਗੱਲ ਦੀ ਸਮਝ ਲੱਗੀ ਕਿ ਮਸੰਦਾਂ ਦਾ ਸਿਸਟਮ ਜਿਹੜਾ ਹੈ ਹੁਣ ਉਹ ਖਤਮ ਹੋ ਚੁੱਕਾ ਹੈ, ਮਤਲਬ ਖਰਾਬ ਹੋ ਚੁੱਕਾ ਹੈ। ਤਾਂ ਉਹਨਾਂ ਨੇ ਇਸ ਸਿਸਟਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਜਦੋਂ ਅੱਗੇ ਇਹ ਸਾਖੀ ਚੱਲਦੀ ਹੈ, ਅੱਗੋਂ ਅੱਗੇ ਆਉਣ ਵਾਲੇ ਲੇਖਕਾਂ ਨੇ ਲਿਖੀ, ਜਿਨ੍ਹਾਂ ਦੇ ਵਿੱਚ ਅਸੀਂ ਗਿਆਨੀ ਗਿਆਨ ਸਿੰਘ ਦਾ ਨਾਮ ਵੀ ਲੈ ਸਕਦੇ ਹਾਂ ਤੇ ਭਾਈ ਸੰਤੋਖ ਸਿੰਘ ਜੀ ਦਾ ਵੀ ਨਾਮ ਲੈ ਸਕਦੇ ਹਾਂ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ। ਤਾਂ ਉੱਥੇ ਜਾ ਕੇ ਉਹ ਰੂਪ ਮਿਲਦਾ ਹੈ ਜੋ ਸਾਨੂੰ ਅੱਜ ਆਮ ਤੌਰ ਤੇ ਸੁਣਾਇਆ ਜਾਂਦਾ ਹੈ, ਤੇ ਇਹ ਕਿਹਾ ਜਾਂਦਾ ਹੈ ਕਿ ਮਸੰਦਾਂ ਨੂੰ ਬੜੀਆਂ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਹ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਨਾਟਕੀ ਰੂਪ ਵਿੱਚ ਸਾਂਗੀਆਂ ਵੱਲੋਂ, ਇਹ ਸਾਂਗੀਆਂ ਦਾ ਲਫ਼ਜ਼ ਵਰਤਿਆ ਗਿਆ ਹੈ ਕਿ ਜਿਹੜੇ ਸਾਂਗ ਲਾ ਕੇ ਦੱਸਦੇ ਸਨ, ਉਹਨਾਂ ਨੇ ਮਸੰਦਾਂ ਵੱਲੋਂ ਜੋ ਵਰਤਾਰਾ ਕੀਤਾ ਜਾਂਦਾ ਸੀ ਉਹਦਾ ਵੀ ਸਾਂਗ ਲਾ ਕੇ ਦਿਖਾਇਆ। ਤੇ ਫਿਰ ਸਤਿਗੁਰੂ ਜੀ ਨੂੰ ਬੜਾ ਗੁੱਸਾ ਚੜ੍ਹਿਆ ਤੇ ਉਹਨਾਂ ਨੇ ਹੁਕਮ ਕੀਤਾ ਕਿ ਮਸੰਦਾਂ ਨੂੰ ਦਾੜੀਆਂ ਤੋਂ ਫੜ ਕੇ ਹਾਜ਼ਰ ਕੀਤਾ ਜਾਵੇ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਗਰਮ ਤੇਲ ਦੇ ਕੜਾਹਿਆਂ ਦੇ ਵਿੱਚ ਸਾੜ ਦਿੱਤਾ, ਜਾਂ ਕਈਆਂ ਨੇ ਲਿਖਿਆ ਉਹਨਾਂ ਨੂੰ ਜ਼ਿੰਦਾ ਵੀ ਸਾੜ ਦਿੱਤਾ ਤੇ ਮਸੰਦਾਂ ਨੂੰ ਇਸ ਤਰ੍ਹਾਂ ਖਤਮ ਕਰ ਦਿੱਤਾ। ਤੋ ਇਹ ਦੋ ਕਿਸਮ ਦੇ ਸਾਡੇ ਕੋਲ ਬਿਰਤਾਂਤ ਹਨ। ਇੱਕ ਤਾਂ ਉਹ ਹੈ ਜਿਹੜਾ ਸੈਨਾਪਤੀ ਜੀ ਨੇ ਲਿਖਿਆ, ਜਿਹਦੇ ਅਨੁਸਾਰ ਉਹਨਾਂ ਨੇ ਮਸੰਦਾਂ ਨੂੰ ਛੱਡਣ ਦਾ ਇਸ ਕਿਸਮ ਦਾ ਸਾਡੇ ਸਾਹਮਣੇ ਕੋਈ ਕਾਰਨ ਨਹੀਂ ਲਿਖਿਆ, ਕੋਈ ਚਰਿੱਤਰਹੀਨਤਾ, ਹੰਕਾਰ ਜਾਂ ਬੇਈਮਾਨੀ ਦਾ ਜ਼ਿਕਰ ਨਹੀਂ ਕੀਤਾ। ਤੇ ਦੂਜਾ ਉਹ ਕਾਰਨ ਹੈ ਜਿਹੜਾ ਅੱਜ ਸਾਡੇ 'ਚ ਬਹੁਤ ਜ਼ਿਆਦਾ ਪ੍ਰਚਲਿਤ ਹੈ, ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਦਰਜ ਹੈ। ਤੋ ਹੁਣ ਇਹ ਸਾਡੀ ਕਾਮਨ ਸੈਂਸ ਵਾਲੀ ਗੱਲ ਤਾਂ ਇਹ ਬਣਦੀ ਸੀ ਕਿ ਜਿਹੜਾ ਬਿਰਤਾਂਤ ਸਤਿਗੁਰੂ ਜੀ ਦੇ ਹਜ਼ੂਰੀ ਕਵੀ ਨੇ ਲਿਖਿਆ, ਸਾਨੂੰ ਉਹਦੇ ਉੱਤੇ ਜ਼ਿਆਦਾ ਭਰੋਸਾ ਹੋਣਾ ਚਾਹੀਦਾ ਸੀ। ਤੇ ਜਿਹੜਾ ਦੂਜਾ ਬਿਰਤਾਂਤ ਲਿਖਿਆ ਗਿਆ ਹੈ, ਉਹ ਅਗਰ ਅਸੀਂ ਭਾਈ ਸੁੱਖਾ ਸਿੰਘ ਦਾ ਟਾਈਮ ਵੀ ਮੰਨ ਲਈਏ ਤਾਂ ਉਹ ਸਤਿਗੁਰੂ ਜੀ ਤੋਂ ਤਕਰੀਬਨ 80-90 ਸਾਲ ਬਾਅਦ ਲਿਖਿਆ ਗਿਆ। ਤੇ ਜੇ ਭਾਈ ਸੰਤੋਖ ਸਿੰਘ ਤੱਕ ਗੱਲ ਕਰੀਏ ਤਾਂ ਤਕਰੀਬਨ 150 ਸਾਲ ਦਾ ਸਮਾਂ ਬਣ ਜਾਂਦਾ ਜਦੋਂ ਉਹਨਾਂ ਨੇ ਸਾਰੀਆਂ ਗੱਲਾਂ ਲਿਖੀਆਂ। ਤੋ ਇੱਕ ਸਮਕਾਲੀ ਕਵੀ ਦੀ ਗੱਲ ਉੱਤੇ ਸਾਨੂੰ ਜ਼ਿਆਦਾ ਭਰੋਸਾ ਹੋਣਾ ਚਾਹੀਦਾ ਸੀ, ਤੇ ਨਾ ਕਿ ਇੱਕ ਐਸੇ ਵਿਅਕਤੀ ਦੀ ਗੱਲ ਉੱਤੇ ਜਿਹੜਾ 80-90 ਜਾਂ 150 ਸਾਲ ਬਾਅਦ ਆਇਆ ਹੋਵੇ ਤੇ ਉਹਨੇ ਉਦੋਂ ਇਹ ਬਿਰਤਾਂਤ ਲਿਖਿਆ ਹੋਵੇ। ਤੋ ਇਹ ਜਿਹੜੀ ਗੱਲ ਹੈ ਕਿ ਪ੍ਰਚਲਿਤ ਉਹ ਬਿਰਤਾਂਤ ਹੈ ਜਿਹੜਾ ਬਾਅਦ ਵਿੱਚ ਲਿਖਿਆ ਗਿਆ। ਇਹ ਸਾਡੇ ਉੱਤੇ ਹੀ ਦਰਅਸਲ ਜਿਹੜੇ ਅਸੀਂ ਅੱਜ ਇਸ ਵਿਚਾਰ ਨੂੰ ਕਰ ਰਹੇ ਹਾਂ, ਸਾਡੇ ਉੱਤੇ ਹੀ ਇੱਕ ਕਮੈਂਟ ਹੈ ਕਿ ਅਸੀਂ ਇਹਨਾਂ ਦੋ ਬਿਰਤਾਂਤਾਂ ਦੇ ਜਿਹੜੇ ਕਨਫਲਿਕਟਿੰਗ ਗੱਲਾਂ ਹੋਣ ਦੇ ਬਾਵਜੂਦ ਵੀ ਅਸੀਂ ਇਹਨਾਂ ਦੇ ਬਾਰੇ ਕੋਈ ਫਰਦਰ ਵਿਗਿਆਨਕ ਢੰਗ ਨਾਲ ਜਾਂ ਅੱਜ ਜੋ ਮਾਡਰਨ ਤਰੀਕਾ ਹੈ ਉਹਦੇ ਮੁਤਾਬਕ ਅਸੀਂ ਕੋਈ ਖੋਜ ਕਰਕੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ। ਕਿਉਂਕਿ ਇਹ ਜਿਹੜੀ ਕੜਾਹੇ ਵਿੱਚ ਪਾ ਕੇ ਸਾੜਨਾ ਜਾਂ ਜ਼ਿੰਦਾ ਸਾੜਨਾ, ਇਹ ਜਦੋਂ ਵੀ ਅਸੀਂ ਗੱਲ ਸੁਣਦੇ ਹਾਂ ਜਾਂ ਸੁਣਾਉਂਦੇ ਹਾਂ ਤਾਂ ਜਿਹੜੇ ਭਰੋਸੇ ਵਾਲੇ ਸਿੱਖ ਹੁੰਦੇ ਹਨ ਉਹਨਾਂ ਦੇ ਮਨ ਦੇ ਵਿੱਚ ਸਵਾਲ ਤਾਂ ਜ਼ਰੂਰ ਪੈਦਾ ਹੁੰਦੇ ਹਨ ਕਿ ਕੀ ਸਤਿਗੁਰੂ ਜੀ ਇਸ ਤਰ੍ਹਾਂ ਕਰ ਵੀ ਸਕਦੇ ਸਨ। ਤੋ ਲੋੜ ਇਹ ਹੈ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਦੁਬਿਧਾ ਵਾਲੀਆਂ ਗੱਲਾਂ ਹਨ ਉਹਨਾਂ ਉੱਤੇ ਅਸੀਂ ਖੋਜ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦਾ ਨਿਤਾਰਾ ਕਰੀਏ ਤੇ ਕਿਸੇ ਠੀਕ ਨਤੀਜੇ ਤੇ ਪਹੁੰਚੀਏ ਜਿੱਥੋਂ ਸਤਿਗੁਰੂ ਜੀ ਦੇ ਬਾਰੇ ਸਾਨੂੰ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ। ਤੋ ਇਹ ਸਾਡੇ ਸਾਹਮਣੇ ਇੱਕ ਚੈਲੰਜ ਹੈ। ਜਦੋਂ ਤੱਕ ਅਸੀਂ ਇਸ ਚੈਲੰਜ ਨੂੰ ਕਬੂਲ ਨਹੀਂ ਕਰਦੇ, ਹੋਰ ਖੋਜਾਂ ਨਹੀਂ ਕਰਦੇ, ਉਦੋਂ ਤੱਕ ਇਹੋ ਜਿਹੇ ਬਿਰਤਾਂਤ ਸਾਡੇ ਵਿੱਚ ਪ੍ਰਚਲਿਤ ਹੋ ਵੀ ਚੁੱਕੇ ਹਨ ਤੇ ਅੱਗੋਂ ਵੀ ਚੱਲਦੇ ਰਹਿਣਗੇ। ਇਹ ਮਸਲਾ ਸਾਡੇ ਸਾਰਿਆਂ ਲਈ ਕਾਮਨ ਹੈ। ਇਹਦਾ ਕੋਈ ਹੱਲ ਇਸ ਸਟੇਜ ਉੱਤੇ ਅਸੀਂ ਨਹੀਂ ਕਰ ਸਕਦੇ ਕਿ ਜਦੋਂ ਤੱਕ ਇਹਦੇ ਬਾਰੇ ਕੋਈ ਖਾਸ ਤਰੀਕੇ ਦੇ ਨਾਲ ਖੋਜ ਨਹੀਂ ਹੋ ਜਾਂਦੀ, ਇਹ ਦੁਬਿਧਾ ਸਾਡੇ ਮਨ ਦੇ ਵਿੱਚ ਹਮੇਸ਼ਾ ਆਂਦੀ ਹੀ ਰਹੀ। ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਖੋਜ ਦਾ ਮਸਾਜ ਹੈ, ਪਰ ਵੀਰ ਜੀ ਨੇ ਜਿਹੜਾ ਇੱਕ ਪੁਆਇੰਟ ਕਿਹਾ ਉਹ ਬੜਾ ਅਹਿਮ ਹੈ ਕਿ ਗੁਰੂ ਸਾਹਿਬ ਦੇ ਸਮਕਾਲੀ ਜਿਹੜੇ ਕਵੀ ਸੈਨਾਪਤ ਜਿਹੜੇ ਨੇ, ਅਗਰ ਉਹਨਾਂ ਨੇ ਨਹੀਂ ਲਿਖਿਆ ਤੇ ਇਹਦਾ ਮਤਲਬ ਹੈ ਵੀ ਆਪਾਂ ਉਹਨਾਂ ਤੋਂ ਜ਼ਿਆਦਾ ਇਤਬਾਰ ਕਰੀਏ ਕਿਉਂਕਿ ਉਹਨਾਂ ਨੇ ਅੱਖੀਂ ਦੇਖਿਆ ਸਭ ਕੁਝ ਲਿਖਿਆ। ਬਾਕੀਆਂ ਦੀ ਜਿਹੜੀ ਹੋ ਸਕਦਾ ਸੁਣੀ ਸੁਣਾਈ ਹੋਵੇ ਜਾਂ ਬਣੀ ਬਣਾਈ ਹੋਵੇ। ਪਰ ਜੇ ਦੂਜੇ ਪਾਸੇ ਇਹ ਵੀ ਸੰਗਤ ਜੀ ਆਪਾਂ ਦੇਖੀਏ ਕਿ ਜੋ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਚੋਂ ਜਾਂ ਇਤਿਹਾਸ ਚੋਂ ਜਿਹੜਾ ਗੁਰੂ ਸਾਹਿਬਾਨ ਦੀ ਪਰਸਨੈਲਿਟੀ ਹੈ ਉਹਦੇ 'ਚ ਇਹ ਗੱਲਾਂ ਮੇਲ ਹੀ ਨਹੀਂ ਖਾਂਦੀਆਂ ਵੀ ਕਿਸੇ ਨੂੰ ਕੜਾਹੇ 'ਚ ਪਾ ਕੇ ਸਾੜਿਆ ਜਾਣ। ਇੰਨੀ ਕਰੂਰਤਾ ਜਿਹੜੀ ਹੈ ਨਹੀਂ। ਗੁਰੂ ਸਾਹਿਬ ਬਾਰੇ ਗੁਰਬਾਣੀ ਵਿੱਚ ਤਾਂ ਲਿਖਿਆ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੁਣ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੋੜਾ ਬੋਲ ਨਾ ਜਾਣੇ, ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਏ। ਮੇਰਾ ਗੁਰੂ ਤੇ ਔਗਣ ਬਖਸ਼ਣ ਵਾਲਾ ਹੈ, ਕੜਾਹਿਆਂ ਸਾੜਨ ਵਾਲਾ ਨਹੀਂ ਗਾ।
ਫਿਰ ਵੀ ਖੈਰ ਖੋਜ ਦਾ ਮੁਤਾਜ ਹੈ, ਕਿਉਂਕਿ ਇੱਕ ਵਾਰੀ ਜਿਹੜੀ ਗੱਲ ਪ੍ਰਚਲਿਤ ਹੋ ਜਾਏ ਸੰਗਤ ਜੀ, ਔਰ ਖਾਸ ਕਰਕੇ ਇਹ ਜਿਹੜੀਆਂ ਗੱਲਾਂ ਕੰਨ ਰਸ ਨੂੰ ਜ਼ਿਆਦਾ ਪਾਉਂਦੀਆਂ ਨੇ, ਉਹ ਬੜੀ ਜਲਦੀ ਫੈਲਦੀਆਂ ਨੇ। ਹੁਣ ਇਹ ਗੱਲ ਤੇ ਨਹੀਂ ਕਿਸੇ ਨੇ ਦੱਸੀ ਵੀ ਸਮਕਾਲੀ ਕਵੀ ਦੀ ਗੱਲ ਸੁਣੀ ਹੈ, ਪਰੰਤੂ ਕੜਾਹਿਆਂ 'ਚ ਪਾ ਕੇ ਸਾੜਨ ਦੀ ਗੱਲ ਜਿਹੜੀ ਹੈ, ਉਹ ਮਤਲਬ ਬਹੁਤੇ ਜਿਹੜੇ ਨੇ ਕਥਾਕਾਰ ਉਹ ਦੱਸੀ ਜਾਂਦੇ ਨੇ। ਤਾਂ ਖੈਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਸਾਡਾ ਧਿਆਨ ਮੰਗਦੀਆਂ ਨੇ, ਔਰ ਇਹਦੇ ਬਾਰੇ ਵਿਚਾਰ ਹੋਣੀ ਚਾਹੀਦੀ ਹੈ, ਖੋਜ ਹੋਣੀ ਚਾਹੀਦੀ ਹੈ। ਤਾਂ ਵੀਰ ਪ੍ਰਭਕੀਰਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ, ਆਪ ਜੀ ਨੇ ਬੜੇ ਅਹਿਮ ਨੁਕਤੇ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਤਾਂ ਸੰਗਤ ਜੀ, ਜਿਹੜਾ ਸਵਾਲ ਸਾਡੇ ਕੋਲ ਇੱਕ ਹੋਰ ਬਚ ਗਿਆ, ਪਰੰਤੂ ਹੁਣ ਸਮਾਂ ਨਹੀਂ ਹੈ, ਉਹ ਅਗਲੇ ਹਫਤੇ ਆਪਾਂ ਪ੍ਰਾਇੋਰਟੀ ਤੇ ਲਵਾਂਗੇ ਜੀ। ਤਾਂ ਅੱਜ ਦੇ ਜਿਹੜਾ ਪ੍ਰੋਗਰਾਮ ਚੱਲ ਰਿਹਾ, ਇਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਵੀ ਰਹਿ ਗਈਆਂ ਹੋਣਗੀਆਂ, ਔਰ ਜਿਸ ਤਰ੍ਹਾਂ ਹਰ ਵਾਰੀ ਬੇਨਤੀ ਕਰੀਦੀ ਹੈ ਬਈ ਜੋ ਕੁਝ ਸਾਡਾ ਇੱਕ ਪੈਨਲ ਹੈ ਜੀ 8 ਸੱਜਣਾਂ ਦਾ, ਪੈਨਲ ਦੇ ਵਿੱਚ ਆਪ ਜੀ ਦੇ ਸਵਾਲ ਵਿਚਾਰੇ ਜਾਂਦੇ ਨੇ, ਤੇ ਜਿੱਥੋਂ ਤੱਕ ਸਾਡੀ ਪਹੁੰਚ ਹੋ ਸਕਦੀ ਹੈ ਗੁਰਬਾਣੀ, ਗੁਰ ਇਤਿਹਾਸ ਜਾਂ ਹੋਰ ਅਵੇਲੇਬਲ ਮਟੀਰੀਅਲ, ਉਹਨਾਂ ਨੂੰ ਕੰਸਲਟ ਕਰਕੇ ਜਵਾਬ ਅਸੀਂ ਤਿਆਰ ਕਰਕੇ ਲਿਆਉਂਦੇ ਹਾਂ। ਪਰੰਤੂ ਇਹ ਜਵਾਬ ਜ਼ਰੂਰੀ ਨਹੀਂ ਕਿ ਜੋ ਅਸੀਂ ਕਹਿ ਦਿੱਤਾ ਉਹ ਫਾਈਨਲ ਨਹੀਂ ਗਾ। ਸੰਗਤ 'ਚ ਅਸੀਂ ਹਰ ਵਾਰੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਪਣੇ ਸੁਜੈਸ਼ਨ ਦਿਆ ਕਰੋ, ਇਹਦੇ 'ਚ ਕੋਈ ਹੋਰ ਅਮੈਂਡਮੈਂਟ ਕਰਨੀ ਹੋਵੇ, ਕੋਈ ਠੀਕ ਕਰਨਾ ਹੋਵੇ, ਸਾਡੇ ਕੋਲ ਕੋਈ ਗਲਤ ਬਿਆਨੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਕਰੈਕਟ ਕਰਿਆ ਕਰੋ। ਤਾਂ ਅੱਜ ਦੇ ਇਹਨਾਂ ਸਵਾਲਾਂ 'ਚ ਬਹੁਤ ਸਾਰੀਆਂ ਅਗਰ ਕੋਈ ਤਰੁੱਟੀਆਂ ਰਹਿ ਗਈਆਂ ਨੇ, ਤੇ ਜਿੱਥੇ ਆਪਾਂ ਖਿਮਾ ਵੀ ਮੰਗਦੇ ਹਾਂ, ਉੱਥੇ ਆਪ ਪਾਸੋਂ ਆਸ ਰੱਖਦੇ ਹਾਂ ਕਿ ਸਾਨੂੰ ਆਪਣੇ ਸੁਝਾਅ ਜਿਹੜੇ ਨੇ ਉਹ ਤੁਸੀਂ ਭੇਜਦੇ ਰਹੋਗੇ। ਤਾਂ ਸੰਗਤ ਜੀ, ਮੈਂ ਹਰ ਹਫ਼ਤੇ ਬੇਨਤੀ ਕਰਦਾ ਕਿ ਪ੍ਰਚਾਰ ਕਰਨਾ ਹਰ ਸਿੱਖ ਦਾ ਫਰਜ਼ ਹੈ, ਇਹ ਸਾਡੇ ਲਈ ਆਪਸ਼ਨਲ ਨਹੀਂ ਹੈ। ਮੈਂ ਬੇਨਤੀ ਕਰਦੀ, ਇਹ ਹਰ ਸਿੱਖ ਦਾ ਫਰਜ਼ ਹੈ। ਤਾਂ ਇਸ ਕਰਕੇ ਆਪਾਂ ਕੀ ਕਰ ਰਹੇ ਹਾਂ, ਇਹਦੇ ਬਾਰੇ ਜ਼ਰੂਰ ਮੈਂ ਬੇਨਤੀ ਕਰਦਾ ਵੀ ਜੇਕਰ ਆਪੋ ਆਪਣੀ ਕੋਈ ਸਟੋਰੀਜ਼ ਦੱਸੀਆਂ ਜਾਣ ਤਾਂ ਸੰਗਤ ਨੂੰ ਹੋਰ ਵੀ ਜ਼ਿਆਦਾ ਐਨਕਰੇਜਮੈਂਟ ਮਿਲੇਗੀ। ਪਰੰਤੂ ਫਿਰ ਵੀ ਅਸੀਂ ਆਪੋ ਆਪਣੇ ਲੈਵਲ ਤੇ, ਜਿਸ ਲੈਵਲ ਤੇ ਵੀ ਹੋ ਸਕਦਾ, ਇੱਕ ਬੱਚਾ, ਇੱਕ ਬਜ਼ੁਰਗ, ਇੱਕ ਵੀਰ ਭੈਣ, ਕਿਸੇ ਇੱਕ ਨੂੰ ਅਗਰ ਸੁਣਾ ਜਾਏ ਹਰ ਹਫ਼ਤੇ ਕੁਛ ਨਾ ਕੁਛ, ਤਾਂ ਉਹਦੇ ਨਾਲ ਪ੍ਰਚਾਰ ਹੋ ਸਕਦਾ। ਤਾਂ ਆਓ ਆਪਾਂ ਆਉਂਦਿਆਂ ਦਿਨਾਂ 'ਚ ਵੀ ਇਸੇ ਤਰ੍ਹਾਂ ਸਤਿਗੁਰ ਦੀ ਕਿਰਪਾ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਤੇ ਮੈਂ ਸੰਗਤ 'ਚ ਬੇਨਤੀ ਕਰਾਂਗਾ ਕਿ ਪ੍ਰਚਾਰ ਨੂੰ ਕਿਵੇਂ ਪ੍ਰਚੰਡ ਕੀਤਾ ਜਾ ਸਕਦਾ, ਜਿਹੜੀ ਅੱਜ ਦੀ ਖਾਸ ਲੋੜ ਹੈ। ਖਾਸ ਕਰਕੇ ਜਿਸ ਸਵਾਲ ਜਵਾਬ ਦੇਖਦੇ ਹਾਂ ਜੀ, ਤੇ ਬੜੀਆਂ ਗੱਲਾਂ ਸਾਨੂੰ ਆਉਂਦੀਆਂ ਨੇ ਕਿ ਪ੍ਰਚਾਰ ਦੀ ਬੜੀ ਅਹਿਮ ਲੋੜ ਹੈ, ਪ੍ਰਚੰਡ ਕਰਨ ਦੀ ਲੋੜ ਹੈ। ਤਾਂ ਮੈਂ ਸੰਗਤ ਨੂੰ ਅੱਜ ਬੇਨਤੀ ਕਰਨ ਲੱਗਾ ਕਿ ਅਗਲੇ ਹਫ਼ਤੇ ਤੱਕ ਤੁਸੀਂ ਆਪੋ ਆਪਣੇ ਸੁਝਾਅ ਜਿਹੜੇ ਨੇ WhatsApp ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਜਾਂ ਇੱਥੇ ਗਰੁੱਪ ਚੈਟ ਰਾਹੀਂ ਜ਼ਰੂਰ ਦਿਓ ਕਿ ਆਪਾਂ ਪ੍ਰਚਾਰ ਲਈ ਕਿਹੜੇ ਸਾਧਨ ਹੋਰ ਵਰਤ ਸਕਦੇ ਹਨ, ਜਿਹੜੇ ਪ੍ਰੈਜ਼ੈਂਟ ਸਾਡੇ ਕੋਲ ਅਵੇਲੇਬਲ ਨੇ, ਉਹਨਾਂ ਦੀ ਕਿਵੇਂ ਬੈਸਟ ਯੂਜ਼ ਹੋ ਸਕਦਾ ਤਾਂ ਜੇ ਪ੍ਰਚਾਰ ਹੋਵੇ। ਮੈਂ ਬੇਨਤੀ ਕਰਦੇ ਹਾਂ, ਇਹ ਬਿਲਕੁਲ ਹਰ ਸਿੱਖ ਦੇ ਦਿਲ ਦਾ ਦਰਦ ਹੋਣਾ ਚਾਹੀਦਾ ਕਿ ਅਸੀਂ ਪ੍ਰਚਾਰ ਪੱਖੋਂ ਬਹੁਤ ਕਮਜ਼ੋਰ ਹਾਂ। ਮੈਨੂੰ ਖਿਮਾ ਕਰਨਾ, ਪਰ ਮੇਰੇ ਮਨ ਦੀ ਦਸ਼ਾ ਇਹ ਹੈ ਕਿ ਪ੍ਰਚਾਰ ਪੱਖੋਂ ਸਾਡੀ ਕੌਮ ਬਹੁਤ ਕਮਜ਼ੋਰ ਹੈ। ਸਾਡਾ ਇਤਿਹਾਸ, ਸਾਡਾ ਜਿਹੜਾ ਮਤਲਬ ਹੈ ਸਾਡੇ ਕੋਲ ਅਵੇਲੇਬਲ ਜੋ ਖਜ਼ਾਨਾ ਹੈ ਉਹ ਤਾਂ ਬਹੁਤ ਅਮੀਰ ਹੈ, ਪਰੰਤੂ ਪ੍ਰਚਾਰ ਪੱਖੋਂ ਅਸੀਂ ਅਮੀਰ ਨਹੀਂ ਹੈਗੇ। ਧਿਆਨ ਦੇਣ ਦੀ ਲੋੜ ਹੈ। ਆਸ ਹੈ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰੋਗੇ। ਤਾਂ ਇੱਕ ਵਾਰੀ ਫੇਰ ਸਾਰੇ ਪੈਨਲ ਵੀ ਆਪ ਤੇ ਮੈਂ ਆਪਸ ਵਿੱਚ ਖਿਮਾ ਮੰਗਦਾ ਕਿ ਹੋਈਆਂ ਭੁੱਲਾਂ ਦੀ ਖਿਮਾ ਦੇ ਦੇਣਾ ਜੀ। ਅਗਲੇ ਸੋਮਵਾਰ ਆਓ ਇਸੇ ਤਰ੍ਹਾਂ ਮਿਲੀਏ ਔਰ ਸਵਾਲ ਜਵਾਬ ਜਿਹੜੇ ਨੇ ਉਹ ਆਪਾਂ ਆਪਸ ਵਿੱਚ ਵਿਚਾਰ ਕਰੀਏ ਜੀ। ਤਦ ਤੱਕ ਲਈ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ